ਮੈਨੂੰ ਪੂਰਾ ਯਕੀਨ ਹੈ ਕਿ ਅਦਾਲਤ ਦੇ ਵਿੱਚ ਸੁਣਵਾਈ ਦੇ ਦੌਰਾਨ ਇਹ ਬੰਦਾ ਵਾਅਦਾ ਮਾਫ ਗਵਾਹ ਬਣ ਸਕਦਾ ਸੀ ਤੇ ਵੱਡੇ ਲੋਕਾਂ ਦਾ ਖੁਲਾਸਾ ਹੋ ਸਕਦਾ ਸੀ ਜਿਹੜੇ ਵੱਡੇ ਲੋਕ ਇਸ ਦੇ ਵਿੱਚ ਸ਼ਾਮਿਲ ਸੀਗੇ। तो टारगेट किलिंग है जी, ये टारगेट किलिंग है और ਮਹਿੰਦਰਪਾਲ ਬਿੱਟੂ ਦਾ ਵੀ ਜਿਹੜਾ ਕਤਲ ਸੀਗਾ ਇਹ ਵੀ ਟਾਰਗੇਟ ਕਿਲਿੰਗ ਸੀ ਕਿਉਂਕਿ ਮਹਿੰਦਰਪਾਲ ਬਿੱਟੂ ਦੇ ਬਾਰੇ ਪਤਾ ਲੱਗ ਗਿਆ ਸੀ ਕਿ ਇਹਨੇ ਕੁਝ ਨਾ ਕੁਝ ਬੋਲ ਦੇਣਾ ਹੈ। तो ਜਦੋਂ ਬੋਲ ਦੇਣਾ ਹੈ ਤਾਂ ਵੱਡੇ ਲੋਕਾਂ ਨੂੰ ਨੁਕਸਾਨ ਹੋ ਜਾਣਾ ਸੀ, ਇਸ ਕਰਕੇ ਉਹ ਵੀ ਟਾਰਗੇਟ ਕਿਲਿੰਗ ਸੀਗਾ, ਇਹ ਵੀ ਟਾਰਗੇਟ ਕਿਲਿੰਗ। ਅਸਲ ਜਿਹੜੇ ਦੋਸ਼ੀ ਹੁੰਦੇ ਨੇ ਉਹਨਾਂ ਦੋਸ਼ੀਆਂ ਨੂੰ ਮਤਲਬ ਬਚਾਉਣ ਵਾਸਤੇ ਇਸ ਕਰਕੇ ਛੋਟੇ ਛੋਟੇ ਲੋਕਾਂ ਦਾ ਕਤਲ ਹੋ ਜਾਂਦਾ ਹੈ। ਗੋਲਡੀ ਬਰਾੜ ਜਿਹੜਾ ਗੈਂਗਸਟਰ ਉਹ ਖੁਦ ਜ਼ਿੰਮੇਵਾਰੀ ਲੈ ਰਹੇ ਨੇ ਕਿ ਹੁਣ ਇੱਕ ਗੈਂਗਸਟਰ ਗੁਰੂ ਸਾਹਿਬ ਦੀ ਬੇਅਦਬੀ ਦਾ ਇਨਸਾਫ ਲੋਕਾਂ ਨੂੰ ਦਿਵਾਉਣ ਦਾ ਯਤਨ ਕਰ ਰਿਹਾ ਜੀ। ਜਦੋਂ ਕੋਈ ਇਨਸੀਡੈਂਟ ਹੋ ਜਾਂਦਾ ਹੈ ਤੇ ਇਸ ਤਰ੍ਹਾਂ ਦੇ ਕਈ ਮਤਲਬ ਲੋਕ ਹੁੰਦੇ ਨੇ ਇਹਦੇ ਵਿੱਚ ਸ਼ਾਮਿਲ ਹੁੰਦੇ ਨੇ, ਉਹਨਾਂ ਨੂੰ ਵੀ ਮਾਈਲੇਜ ਲੈਣਾ ਹੁੰਦਾ ਹੈ ਭਾਵੇਂ ਉਹਨਾਂ ਦਾ ਹੱਥ ਹੋਵੇ ਜਾਂ ਨਾ ਹੋਵੇ। ਉਹਦੇ ਵਿੱਚ ਹੁੰਦਾ ਕੀ ਹੈ ਕਿ ਤਫਤੀਸ਼ ਗੁੰਮਰਾਹ ਹੋ ਜਾਂਦੀ ਹੈ। ਸੁਖਬੀਰ ਬਾਦਲ ਮੈਂ ਸਿੱਧਾ ਬੋਲਦਾ ਹਾਂ, ਸਾਡੀ ਸਰਕਾਰ ਆਊਗੀ ਤਾਂ ਅਸੀਂ ਛੱਡਣਾ ਨਹੀਂ ਹੈ। ਸਰੇਆਮ ਧਮਕੀ ਦਿੱਤੀ ਜਾ ਰਹੀ ਹੈ, ਜਿਸ ਨੂੰ ਸਿੱਧੇ ਤੌਰ ਤੇ ਧਮਕੀ ਦਿੱਤੀ ਜਾ ਰਹੀ ਹੈ ਉਹਦੀ ਸਿਕਿਉਰਿਟੀ ਕੋਈ ਨਹੀਂ ਵੇਖੋ। ਇਹ ਜਿਹੜਾ ਕਤਲ ਹੈ ਲਿੰਕ ਮਹਿੰਦਰਪਾਲ ਬਿੱਟੂ ਦੇ ਕਤਲ ਦੇ ਨਾਲ ਜ਼ਰੂਰ ਜੁੜਿਆ ਹੋਊਗਾ। ਪ੍ਰਦੀਪ ਸਿੰਘ ਦੇ ਕਤਲ ਦੇ ਨਾਲ ਕਿਸ ਨੂੰ ਫਾਇਦਾ ਹੋ ਰਿਹਾ, ਕੀਤਾ ਕਿਸ ਨੇ, ਕਰਾਇਆ ਕਿਸ ਨੇ ਔਰ ਫਾਇਦਾ ਕਿਸ ਨੂੰ ਹੋ ਰਿਹਾ ਹੈ। ਹਮੇਸ਼ਾ ਜਦੋਂ ਕਿਸੇ ਦਾ ਕਤਲ ਹੁੰਦਾ ਹੈ ਨਾ ਮੁਜਰਿਮ ਦਾ, ਤਾਂ ਫਾਇਦਾ ਕਿਸੇ ਹੋਰ ਵੱਡੇ ਮੁਜਰਿਮ ਨੂੰ ਹੁੰਦਾ ਹੈ। ਕਿਸੇ ਨਾ ਕਿਸੇ ਟਾਈਮ ਇਹ ਭੇਦ ਖੋਲ ਸਕਦਾ ਸੀ, ਅਸਲ ਦੋਸ਼ੀਆਂ ਦੇ ਬਾਰੇ ਦੱਸ ਸਕਦਾ ਸੀ ਕਿ ਅਸਲ ਦੋਸ਼ੀ ਫਲਾਣਾ ਹੈ। ਪਰਿਵਾਰ ਕਹਿ ਰਿਹਾ ਹੈ ਕਿ ਅਸੀਂ ਸਾਡੇ ਵੱਲੋਂ ਇਹ ਨਹੀਂ ਕੀਤਾ ਗਿਆ, ਲੇਕਿਨ ਪ੍ਰੂਫ ਵੀ ਆਇਆ ਹੈ ਇਹਨਾਂ ਦੇ ਖਿਲਾਫ। ਸੁਣਵਾਈ ਦੀ ਰਫ਼ਤਾਰ ਵੀ ਦੇਖੋ ਬਹੁਤ ਧੀਮੀ ਹੈ। ਪੰਜਾਬ ਪੁਲਿਸ ਦੀ ਜਿਹੜੀ SIT ਪਹਿਲਾਂ ਬਣੀ ਸੀ ਉਹਨੇ ਵੀ ਕੁਝ ਕੀਤਾ ਨਹੀਂ। ਬੇਅਦਬੀ ਬੇਅਦਬੀ ਬੇਅਦਬੀ, ਸਭ ਤੋਂ ਜ਼ਿਆਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ। ਕੁਝ ਲੀਡਰਾਂ ਨੇ ਕਿਹਾ ਕਿ ISI ਦਾ ਹੱਥ ਹੈ, ISI ਦਾ ਦੇਖੋ ਇਹਦੇ ਵਿੱਚ ਕੋਈ ਹੱਥ ਨਹੀਂ ਸੀ। ਬੇਅਦਬੀ ਦੇ ਵਿੱਚ ਵੀ ਸਿਆਸਤ ਸੀਗੀ। एक ਜਥੇਬੰਦੀ ਨੇ ਉਸ ਦੀ ਰਿਪੋਰਟ ਵੀ ਲਿਆ ਕੇ ਸਿਲੈਕਟਿਵਲੀ ਲਿਖ ਕਰਾਇਆ ਗਿਆ। ਸਿਲੈਕਟਿਵਲੀ ਲਿਖੇ ਕਿ ਫਲਾਣੇ ਦਾ ਹੱਥ ਨਹੀਂ ਹੈ ਜੀ ਬੇਅਦਬੀ ਦੇ। ਕੁਝ ਖਾਸ ਮੀਡੀਆ ਦੇ ਵਿੱਚ ਦੇ ਦਿੱਤਾ ਗਿਆ ਕਿ ਫਲਾਣੇ ਘਰਾਣੇ ਦਾ ਕੋਈ ਸੰਬੰਧ ਨਹੀਂ ਹੈ ਇਸ ਦੇ ਨਾਲ। ਫਲਾਣੇ ਦਾ ਹੱਥ ਨਹੀਂ ਹੈ ਤਾਂ ਹੱਥ ਕਿਸ ਦਾ ਹੈ, ਕਿਸ ਵਿਅਕਤੀ ਨੂੰ ਫਾਇਦਾ ਹੋ ਰਿਹਾ ਹੈ। ਤੇ ਸਿਲਸਿਲਾ ਇਦਾਂ ਚੱਲਦਾ ਰਹੇਗਾ, ਲੋਕ ਖੁਦ ਇਨਸਾਫ ਲੈ ਰਹੇ ਨੇ। ਸਿਸਟਮ ਜਦੋਂ ਕੰਮ ਨਹੀਂ ਕਰਦਾ ਹੈ ਤਾਂ ਲੋਕੀ ਫਿਰ ਕਾਨੂੰਨ ਆਪਣੇ ਹੱਥ ਦੇ ਵਿੱਚ ਲੈ ਲੈਂਦੇ ਨੇ। ਸਿਸਟਮ ਤੋਂ ਲੋਕਾਂ ਦਾ ਵਿਸ਼ਵਾਸ ਤਾਂ ਉੱਠ ਹੀ ਗਿਆ ਹੈ। ਇਸ ਕਤਲ ਦਾ ਵੀ ਦੇਖੋ ਮਹੀਨਾ 2 ਮਹੀਨਾ 6 ਮਹੀਨੇ ਦੇ ਵਿੱਚ ਜਦੋਂ ਅਦਾਲਤ ਦੇ ਵਿੱਚ ਸੁਣਵਾਈ ਸ਼ੁਰੂ ਹੋ ਜਾਂਦੀ ਤੇ ਇਸ ਬੰਦੇ ਨੇ ਬੋਲ ਦੇਣਾ ਸੀ ਕਿ ਮੇਨ ਸਾਜ਼ਿਸ਼ਕਰਤਾ ਕੌਣ ਹੈ। ਤੇ ਇਸ ਕਰਕੇ ਮੈਂ ਇਹੀ ਕਹਾਂਗਾ ਕਿ ਇਹ ਮੂੰਹ ਬੰਦ ਕਰਨ ਵਾਸਤੇ ਇਹ ਸਾਰਾ ਕੁਝ ਕਤਲ ਕਰਾਇਆ ਗਿਆ। ਗੁਰੂ ਸਾਹਿਬ ਜੀ ਦੀ ਬੇਅਦਬੀ ਨੂੰ 7 ਸਾਲ ਤੋਂ ਜ਼ਿਆਦਾ ਸਮਾਂ ਹੋ ਚੁੱਕਾ, ਲੇਕਿਨ ਹਾਲੇ ਤੱਕ ਇਨਸਾਫ ਨਹੀਂ ਮਿਲਿਆ। 3 ਮੁੱਖ ਮੰਤਰੀਆਂ ਦੀਆਂ ਵੀ ਕੁਰਸੀਆਂ ਚਲੀਆਂ ਗਈਆਂ ਤੇ 2 ਸਿਆਸੀ ਪਾਰਟੀਆਂ ਦਾ ਵੀ ਸਿਆਸੀ ਤੌਰ ਤੇ ਕਤਲ ਹੋ ਚੁੱਕਾ। ਲੇਕਿਨ ਕੁੱਲ ਮਿਲਾ ਕੇ ਇਸ ਮਸਲੇ 'ਤੇ ਜਿਸ ਡੇਰੇ ਦਾ ਨਾਮ ਲੱਗਦਾ ਰਿਹਾ ਉਸ ਡੇਰੇ ਦੇ 7 ਪ੍ਰੇਮੀਆਂ ਦਾ ਕਤਲ ਹੋ ਚੁੱਕਾ। ਤਾਜ਼ਾ ਕਤਲ ਜਿਹੜੇ ਨੇ ਉਹਨਾਂ ਦਾ ਪ੍ਰਦੀਪ ਸਿੰਘ ਹੋਣਾ ਦਾ ਹੋਇਆ। ਦੂਜੇ ਪਾਸੇ ਗੱਲ ਕਰ ਲਈਏ ਤਾਂ ਇਸ ਹਫ਼ਤੇ ਦੇ ਵਿੱਚ 2 ਕਤਲ ਹੋ ਚੁੱਕੇ ਨੇ, ਇੱਕ ਸਦੀਰ ਸੂਰੀ ਦਾ ਤੇ ਦੂਜਾ ਪ੍ਰਦੀਪ ਸਿੰਘ ਦਾ। ਇਸ ਮੁਤਲਕ ਅਸੀਂ ਗੱਲਬਾਤ ਕਰਾਂਗੇ, ਪੂਰੇ ਪੱਖ ਨੂੰ ਸਮਝਾਂਗੇ। ਸਾਡੇ ਨਾਲ ਇਸ ਮੌਕੇ ਇੱਕ ਸਾਬਕਾ ਪੁਲਿਸ ਅਫਸਰ ਵੀ ਨੇ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਣੀ, ਜਿਨ੍ਹਾਂ ਨੇ ਖੁਦ ਵੀ ਇਸ ਮਸਲੇ ਦੀ ਜਾਂਚ ਕੀਤੀ ਹੈ। ਕੁੰਵਰ ਜੀ, ਪਹਿਲਾਂ ਇਸ ਕਤਲ ਨੂੰ ਕਿਵੇਂ ਦੇਖਦੇ ਜੀ? ਦੇਖੋ ਇਹ ਜਿਹੜਾ ਕਤਲ ਹੈ ਇਸ ਦਾ ਤੁਸੀਂ ਦੇਖੋਗੇ ਕਿ ਲਿੰਕ ਮਹਿੰਦਰਪਾਲ ਬਿੱਟੂ ਦੇ ਕਤਲ ਦੇ ਨਾਲ ਜ਼ਰੂਰ ਜੁੜਿਆ ਹੋਊਗਾ ਜੀ। ਕਾਰਨ ਕਿ 2019 ਦੇ ਵਿੱਚ 22 ਜੂਨ ਨੂੰ ਮਹਿੰਦਰਪਾਲ ਬਿੱਟੂ ਦਾ ਕਤਲ ਨਾਭਾ ਜੇਲ੍ਹ ਦੇ ਵਿੱਚ ਹੋਇਆ ਸੀ ਜੀ। ਉਸੇ ਮਤਲਬ ਤਰੀਕੇ ਦੇ ਨਾਲ ਦੇਖੋ ਇਹ ਕਤਲ ਵੀ ਹੋਇਆ ਹੈ। ਇਹ ਵੀ ਦੋਸ਼ੀ ਸੀਗੇ। ਪਹਿਲਾਂ ਤਾਂ ਚਲੋ CBI ਨੇ ਕਲੀਨ ਚੀਟ ਦੇ ਦਿੱਤੀ ਸੀ। ਪੰਜਾਬ ਪੁਲਿਸ ਦੀ ਜਿਹੜੀ SIT ਬਣੀ ਉਹਨਾਂ ਨੇ ਦੁਬਾਰਾ ਗ੍ਰਿਫਤਾਰ ਕਰਕੇ ਚਲਾਨ ਵੀ ਦੇ ਦਿੱਤਾ। ਇਹ ਜ਼ਮਾਨਤ 'ਤੇ ਬਾਹਰ ਸੀਗੇ ਚਲੋ। ਲੇਕਿਨ ਜੋ ਮਹਿੰਦਰਪਾਲ ਬਿੱਟੂ ਦਾ ਕਤਲ ਹੋਇਆ ਸੀ ਉਹਦੇ ਵਿੱਚ ਬਹੁਤ ਮਤਲਬ ਕਾਫੀ ਜ਼ਿਆਦਾ ਰੌਲਾ ਰੱਪਾ ਪਿਆ ਸੀ। ਇੱਕ ADGP ਦੇ ਅੰਡਰ ਇੱਕ SIT ਬਣਾਈ ਗਈ, ਲੇਕਿਨ 19 ਤੋਂ ਲੈ ਕੇ ਦੇਖੋ 22 ਤੱਕ ਅੱਜ ਤੱਕ ਕਿਸੇ ਨੂੰ ਪਤਾ ਨਹੀਂ ਲੱਗਿਆ ਕਿ ਉਸ SIT ਨੇ ਕੀ ਕੀਤਾ ਤੇ ਉਸ ਦਾ ਕਾਰਨ ਕੀ ਸੀ ਜੀ। ਠੀਕ ਹੈ, ਮਾਰਨ ਵਾਲਾ ਤਾਂ ਚਲੋ ਉਹ ਜੇਲ੍ਹ ਦੇ ਵਿੱਚ ਹੀ ਸੀਗੇ, ਉਹਨਾਂ ਨੇ ਮਾਰ ਦਿੱਤਾ ਸੀ।
ਲੇਕਿਨ ਉਸ ਦੇ ਵਿੱਚ ਅਸਲੀਅਤ ਕੀ ਸੀਗੀ, ਸਾਜ਼ਿਸ਼ ਕੀ ਸੀਗੀ, ਸਾਜ਼ਿਸ਼ ਦਾ ਅੱਜ ਤੱਕ ਪਤਾ ਨਹੀਂ ਲੱਗਿਆ ਜੀ। ਤੇ ਨਾ ਹੀ ਉਹਨਾਂ ਅਫਸਰਾਂ ਨੇ ਕੋਈ ਖੁਲਾਸਾ ਕੀਤਾ, ਜਦ ਕਿ ਬਹੁਤ ਹਾਈ ਲੈਵਲ ਦੇ ਅਫਸਰ ਸੀਗੇ। ਹੁਣ ਜਿਹੜਾ ਇਹ ਕਤਲ ਹੋਇਆ ਹੈ, ਦੇਖੋ ਦੇਖਣਾ ਇਹ ਹੈ ਕਿ ਪ੍ਰਦੀਪ ਸਿੰਘ ਦੇ ਕਤਲ ਦੇ ਨਾਲ ਕਿਸ ਨੂੰ ਫਾਇਦਾ ਹੋ ਰਿਹਾ ਹੈ ਜੀ, ਕੀਤਾ ਕਿਸ ਨੇ, ਕਰਾਇਆ ਕਿਸ ਨੇ, ਔਰ ਫਾਇਦਾ ਕਿਸ ਨੂੰ ਹੋ ਰਿਹਾ ਹੈ। ਫਾਇਦਾ ਜੋ ਵੱਡੇ ਦੋਸ਼ੀ ਨੇ ਉਹਨਾਂ ਨੂੰ ਹੁੰਦਾ ਹੈ। ਹਮੇਸ਼ਾ ਜਦੋਂ ਕਿਸੇ ਦਾ ਕਤਲ ਹੁੰਦਾ ਹੈ ਨਾ ਮੁਜਰਿਮ ਦਾ, ਤਾਂ ਫਾਇਦਾ ਕਿਸੇ ਹੋਰ ਵੱਡੇ ਮੁਜਰਿਮ ਨੂੰ ਹੁੰਦਾ ਹੈ ਜੋ ਅਸਲ ਦੋਸ਼ੀ ਹੁੰਦਾ ਹੈ। ਕਿਉਂਕਿ ਮੰਨ ਲਓ ਹੋ ਸਕਦਾ ਸੀ ਕਿ ਅਦਾਲਤ ਦੇ ਵਿੱਚ ਪੇਸ਼ੀ ਦੇ ਦੌਰਾਨ ਜਾਂ ਜਦੋਂ ਇਹ ਬੰਦਾ ਜਾਂਦਾ, ਕਿਸੇ ਨਾ ਕਿਸੇ ਟਾਈਮ ਇਹ ਭੇਦ ਖੋਲ੍ਹ ਸਕਦਾ ਸੀ ਜੀ, ਅਸਲ ਦੋਸ਼ੀਆਂ ਦੇ ਬਾਰੇ ਦੱਸ ਸਕਦਾ ਸੀ ਕਿ ਅਸਲ ਦੋਸ਼ੀ ਫਲਾਣਾ ਹੈ। ਤਾਂ ਜਿਹੜੇ ਵੱਡੇ ਦੋਸ਼ੀ ਨੇ ਜੀ, ਉਹਨਾਂ ਨੂੰ ਡਰ ਹੁੰਦਾ ਹੈ ਹਮੇਸ਼ਾ। ਇਸ ਕਰਕੇ ਕਈ ਵਾਰੀ ਦੇਖੋ ਛੋਟੇ ਦੋਸ਼ੀ ਵਾਅਦਾ ਮਾਫ ਗਵਾਹ ਬਣ ਜਾਂਦੇ ਨੇ। ਜੀ, ਤਾਂ ਮੰਨ ਲਓ ਪਰਿਵਾਰ ਕਹਿ ਰਿਹਾ ਹੈ ਕਿ ਅਸੀਂ ਸਾਡੇ ਵੱਲੋਂ ਇਹ ਨਹੀਂ ਕੀਤਾ ਗਿਆ, ਲੇਕਿਨ ਪ੍ਰੂਫ ਵੀ ਆਇਆ ਹੈ ਇਹਨਾਂ ਦੇ ਖਿਲਾਫ, ਤੇ ਇਹ ਸਾਰਾ ਚੀਜ਼ ਅਦਾਲਤ ਦੇ ਵਿੱਚ ਹੋਣਾ ਸੀ। ਲੇਕਿਨ ਸੁਣਵਾਈ ਦੀ ਰਫਤਾਰ ਵੀ ਦੇਖੋ ਬਹੁਤ ਧੀਮੀ ਹੈ ਜੀ, ਠੀਕ ਹੈ। ਔਰ ਇੱਕ ਵਾਰ CBI ਦੇਖੋ ਕਲੋਜ਼ਰ ਰਿਪੋਰਟ ਦੇ ਰਹੀ ਹੈ। ਪੰਜਾਬ ਪੁਲਿਸ ਦੀ ਜਿਹੜੀ SIT ਪਹਿਲਾਂ ਬਣੀ ਸੀ ਉਹਨੇ ਵੀ ਕੁਝ ਕੀਤਾ ਨਹੀਂ। ਤੁਸੀਂ ਆਪ ਕਹਿ ਰਹੇ ਹੋ, ਦੇਖੋ ਅਕਾਲੀ ਸਰਕਾਰ ਦੇ ਵਿੱਚ ਸ਼ੁਰੂ ਹੋਇਆ ਸੀ ਇਹ ਜੋ ਬੇਅਦਬੀ ਦੀ ਘਟਨਾ ਹੈ। 1 ਜੂਨ ਤੋਂ ਸ਼ੁਰੂ ਹੋਈ ਸੀ। ਬੁਰਜ ਜਵਾਹਰ ਸਿੰਘ ਵਾਲਾ ਦੇ ਵਿੱਚ ਸਰੂਪ ਗੁਰੂ ਗ੍ਰੰਥ ਸਾਹਿਬ ਦਾ ਜੋ ਸਰੂਪ ਸੀ ਉਸ ਦੀ ਚੋਰੀ ਹੋਈ ਸੀ 1 ਜੂਨ 2015 ਨੂੰ। ਉਸ ਤੋਂ ਬਾਅਦ ਤੁਸੀਂ ਦੇਖੋਗੇ ਸਤੰਬਰ ਤੇ ਅਕਤੂਬਰ ਦਾ ਮਹੀਨਾ ਬੇਅਦਬੀ ਸਭ ਤੋਂ ਜ਼ਿਆਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ। ਇਸ ਤੋਂ ਇਲਾਵਾ ਗੀਤਾ ਤੇ ਰਾਮਾਇਣ ਦੀ ਵੀ ਬੇਅਦਬੀ ਹੋਈ, ਕੁਰਾਨ ਸ਼ਰੀਫ ਅਤੇ ਬਾਈਬਲ ਦੀ ਵੀ ਬੇਅਦਬੀ ਹੋਈ। ਤੇ ਉਹ 2 ਮਹੀਨਿਆਂ ਦੇ ਵਿੱਚ ਹੀ ਸਾਰੇ ਧਰਮਾਂ ਦੇ ਗ੍ਰੰਥਾਂ ਦੀ ਬੇਅਦਬੀ ਹੋ ਰਹੀ ਹੈ। ਤਾਂ ਕੁਛ ਨਾ ਕੁਛ ਤਾਂ ਵਜ੍ਹਾ ਹੋਗਾ ਜੀ, ਠੀਕ ਹੈ। ਕੁਛ ਲੀਡਰਾਂ ਨੇ ਕਿਹਾ ਕਿ ISI ਦਾ ਹੱਥ ਹੈ। ਮੈਂ ਵੀ ਜਦੋਂ ਇਨਵੈਸਟੀਗੇਟ ਕਰ ਰਿਹਾ ਸੀ, ISI ਦਾ ਦੇਖੋ ਇਹਦੇ ਵਿੱਚ ਕੋਈ ਹੱਥ ਨਹੀਂ ਸੀ। ISI ਤਾਂ ਇੱਥੇ ਲੋਕਲ ਹੀ ਆਪਣੀ ISI ਹੈ। ਤੇ ਇਸ ਹਰ ਚੀਜ਼ ਦੇ ਵਿੱਚ ਸਿਆਸਤ ਹੈ, ਤਾਂ ਬੇਅਦਬੀ ਦੇ ਵਿੱਚ ਵੀ ਸਿਆਸਤ ਸੀਗੀ। ਔਰ ਸਾਰਾ ਜੇਕਰ ਘਟਨਾਕ੍ਰਮ ਨੂੰ ਤੁਸੀਂ ਦੇਖਦੇ ਹੋ ਤਾਂ ਆਪਣੇ ਤੁਹਾਡੇ ਸਿਆਸਤਦਾਨ ਸੀਗੇ ਉਹੀ ਕਟਘਰੇ ਦੇ ਵਿੱਚ ਆ ਜਾਂਦੇ ਨੇ। ਹੁਣ ਮੰਨ ਲਓ ਬੇਅਦਬੀ ਦੀ ਜਾਂਚ ਵੀ ਹੋ ਗਈ, ਇੱਕ SIT ਨੇ ਕਰ ਦਿੱਤੀ, ਕੁਝ ਅਫਸਰ ਰਿਟਾਇਰ ਵੀ ਹੋ ਗਏ, ਔਰ ਇੱਕ ਜਥੇਬੰਦੀ ਨੇ ਉਸ ਦੀ ਰਿਪੋਰਟ ਵੀ ਲਿਆ ਕੇ ਸਿਲੈਕਟਿਵਲੀ ਲਿਖ ਕਰਾਇਆ ਗਿਆ ਜੀ। ਸਿਲੈਕਟਿਵਲੀ ਲਿਖੇ ਕਿ ਫਲਾਣੇ ਦਾ ਹੱਥ ਨਹੀਂ ਹੈ ਜੀ ਬੇਅਦਬੀ ਦੇ ਵਿੱਚ। ਦੇਖੋ ਫਲਾਣੇ ਦਾ ਹੱਥ ਨਹੀਂ ਹੈ ਤਾਂ ਹੱਥ ਕਿਸ ਦਾ ਹੈ? ਉਸ SIT ਨੂੰ ਚਾਹੀਦਾ ਸੀ ਕਿ ਉਹ SIT ਇੱਕ ਵਾਰ ਕਲੀਅਰ ਕਰੇ ਪਬਲਿਕ ਦੇ ਸਾਹਮਣੇ, ਕਿਉਂਕਿ ਉਹ ਛੋਟਾ ਮੋਟਾ ਕੇਸ ਨਹੀਂ ਹੈ। ਜਿੱਥੇ ਪਬਲਿਕ ਇੰਟਰਸਟ, ਲਾਰਜਰ ਪਬਲਿਕ ਇੰਟਰਸਟ ਜੁੜਿਆ ਹੁੰਦਾ ਹੈ, ਉੱਥੇ ਇੱਕ ਵਾਰ ਪਬਲਿਕ ਦੇ ਸਾਹਮਣੇ ਕਰਨਾ ਜ਼ਰੂਰੀ ਹੁੰਦਾ ਹੈ ਕਿ ਇਹਦੇ ਵਿੱਚ ਸਾਜ਼ਿਸ਼ ਕੀ ਸੀਗੀ, ਇਹਦੇ ਵਿੱਚ ਕੀ ਮੇਨ ਸਾਜ਼ਿਸ਼ ਕਰਤਾ ਕੌਣ ਸੀ, ਵਜ੍ਹਾ ਕੀ ਸੀ। ਲੇਕਿਨ ਇਸ ਤਰ੍ਹਾਂ ਤਾਂ ਕੀਤਾ ਨਹੀਂ ਗਿਆ। ਇੱਕ ਜਥੇਬੰਦੀ ਨੇ ਚਲੋ 400 ਸਫ਼ਿਆਂ ਦੀ ਹੋਵੇ, 500 ਸਫ਼ਿਆਂ ਦੀ ਹੋਵੇ, ਉਹ ਰਿਪੋਰਟ ਲਿਆ ਕੇ ਸਿਲੈਕਟਿਵਲੀ ਲਿਖ ਕਰਨ ਦਾ ਮਤਲਬ ਕਿ ਕੁਝ ਖਾਸ ਮੀਡੀਆ ਦੇ ਵਿੱਚ ਦੇ ਦਿੱਤਾ ਗਿਆ ਕਿ ਫਲਾਣੇ ਘਰਾਣੇ ਦਾ ਕੋਈ ਸੰਬੰਧ ਨਹੀਂ ਹੈ ਇਸ ਦੇ ਨਾਲ ਜੀ, ਜਾਂ ਇਹਦੇ ਵਿੱਚ ਕੋਈ ਸਿਆਸੀ ਲਿੰਕ ਨਹੀਂ ਹੈ। ਲੇਕਿਨ ਤੁਸੀਂ ਤੱਥਾਂ ਦੇ ਨਾਲ ਇੱਕ ਵਾਰੀ ਤੁਸੀਂ ਪ੍ਰੈਸ ਕਾਨਫਰੰਸ ਕਰ ਦਿਓ, ਪਬਲਿਕ ਦੇ ਸਾਹਮਣੇ ਜੇਕਰ ਤੁਸੀਂ ਲਿਆਓਗੇ, ਨਹੀਂ ਤਾਂ ਜਨਤਾ ਗੁੰਮਰਾਹ ਹੋ ਜਾਂਦੀ ਹੈ ਜੀ। ਤੇ ਇਹ ਜਿਹੜਾ ਕਤਲ ਹੈ, ਮੈਂ ਇਹ ਨਹੀਂ ਕਹਾਂਗਾ ਕਿ ਕਿਸੇ ਨੇ ਵੈਸੇ ਆਵੇਸ਼ ਦੇ ਵਿੱਚ ਆ ਕੇ ਕਰ ਦਿੱਤਾ ਜਾਂ ਇਨਸਾਫ ਤੋਂ ਲਾਂਭੇ ਕੀਤਾ ਗਿਆ ਤਾਂ ਕਰ ਦਿੱਤਾ। ਇਹ ਜਦੋਂ ਤੱਕ ਇਹ ਚੀਜ਼ ਨਹੀਂ ਆਉਂਦੀ ਹੈ ਸਾਹਮਣੇ ਕਿ ਕਿਸ ਵਿਅਕਤੀ ਨੂੰ ਫਾਇਦਾ ਹੋ ਰਿਹਾ ਹੈ, ਮੈਨੂੰ ਪੂਰਾ ਯਕੀਨ ਹੈ ਕਿ ਅਦਾਲਤ ਦੇ ਵਿੱਚ ਸੁਣਵਾਈ ਦੇ ਦੌਰਾਨ ਇਹ ਬੰਦਾ ਵਾਅਦਾ ਮਾਫ ਗਵਾਹ ਬਣ ਸਕਦਾ ਸੀ ਤੇ ਵੱਡੇ ਲੋਕਾਂ ਦਾ ਖੁਲਾਸਾ ਹੋ ਸਕਦਾ ਸੀ, ਜਿਹੜੇ ਵੱਡੇ ਲੋਕ ਇਸ ਦੇ ਵਿੱਚ ਸ਼ਾਮਿਲ ਸੀਗੇ। ਟੋਟਲ ਟਾਰਗੇਟ ਕਿਲਿੰਗ ਹੈ ਜੀ, ਇਹ ਟਾਰਗੇਟ ਕਿਲਿੰਗ ਹੈ। ਔਰ ਮਹਿੰਦਰਪਾਲ ਬਿੱਟੂ ਦਾ ਵੀ ਜਿਹੜਾ ਕਤਲ ਸੀਗਾ ਇਹ ਵੀ ਟਾਰਗੇਟ ਕਿਲਿੰਗ ਸੀਗਾ ਜੀ, ਕਿਉਂਕਿ ਮਹਿੰਦਰਪਾਲ ਬਿੱਟੂ ਦੇ ਬਾਰੇ ਇਹ ਪਤਾ ਲੱਗ ਗਿਆ ਸੀ ਕਿ ਇਹਨੇ ਕੁਛ ਨਾ ਕੁਛ ਬੋਲ ਦੇਣਾ ਹੈ। ਤਾਂ ਜਦੋਂ ਬੋਲ ਦੇਣਾ ਹੈ ਤਾਂ ਵੱਡੇ ਲੋਕਾਂ ਨੂੰ ਨੁਕਸਾਨ ਹੋ ਜਾਣਾ ਸੀ। ਇਸ ਕਰਕੇ ਉਹ ਵੀ ਟਾਰਗੇਟ ਕਿਲਿੰਗ ਸੀਗਾ, ਇਹ ਵੀ ਟਾਰਗੇਟ ਕਿਲਿੰਗ। ਤੇ 2016 ਦੇ ਵਿੱਚ ਵੀ ਤੁਸੀਂ ਦੇਖੋਗੇ ਇੱਕ ਕਿਲਿੰਗ ਹੋਈ ਸੀ ਵੀ, ਉਹ ਵੀ ਇਸੇ ਤਰੀਕੇ ਦੇ ਨਾਲ ਹੋਈ ਸੀਗੀ ਫਰੀਦਕੋਟ ਜ਼ਿਲ੍ਹੇ ਦੇ ਵਿੱਚ। ਤਾਂ ਤੁਸੀਂ ਦੇਖੋ ਹਮੇਸ਼ਾ ਇਹਦੇ ਵਿੱਚ ਰਾਜਨੀਤੀ ਚੱਲਦੀ ਹੈ ਜੀ। ਤੇ ਰਾਜਨੀਤੀ ਦੇ ਵਿੱਚ ਅਸਲ ਜਿਹੜੇ ਦੋਸ਼ੀ ਹੁੰਦੇ ਨੇ ਉਹਨਾਂ ਦੋਸ਼ੀਆਂ ਨੂੰ ਬਚਾਉਣ ਵਾਸਤੇ ਜਾਂ ਉਹਨਾਂ ਤੱਕ ਤਫਤੀਸ਼ ਨਹੀਂ ਪਹੁੰਚ ਸਕੇ,
ਇਸ ਕਰਕੇ ਛੋਟੇ ਛੋਟੇ ਲੋਕਾਂ ਦਾ ਕਤਲ ਹੋ ਜਾਂਦਾ ਹੈ ਜੀ। ਅੱਛਾ, ਇਸ ਜੇ ਟਾਰਗੇਟਿੰਗ ਕਿਲਿੰਗ ਔਰ ਲੱਗ ਵੀ ਰਹੀ ਹੈ, ਪੁਲਿਸ ਤੇ ਚਲੋ ਇਸ ਥਿਊਰੀ ਤੇ ਕੰਮ ਕਰ ਹੀ ਹੋਗੀ, ਲੇਕਿਨ ਇੱਕ ਸਟੇਟਮੈਂਟ ਆ ਜਾਂਦੀ ਹੈ ਗੋਲਡੀ ਬਰਾੜ ਜਿਹੜਾ ਗੈਂਗਸਟਰ, ਉਹ ਖੁਦ ਜ਼ਿੰਮੇਵਾਰੀ ਲੈ ਰਹੇ ਨੇ। ਕੀ ਹੁਣ ਇੱਕ ਗੈਂਗਸਟਰ ਗੁਰੂ ਸਾਹਿਬ ਦੀ ਬੇਅਦਬੀ ਦਾ ਇਨਸਾਫ ਲੋਕਾਂ ਨੂੰ ਦਿਵਾਉਣ ਦਾ ਯਤਨ ਕਰ ਰਿਹਾ ਜੀ? नहीं देखो, गैंगस्टर गोल्डी बरार बड़ो मान लो जो उन्हें आप लिखिया है फेसबुक ते ਜਾਂ सोशल मीडिया ਤੇ तो उसकी जिम्मेवारी ले रहा है जी। ਜਦੋਂ ਕੋਈ ਇਨਸੀਡੈਂਟ ਹੋ ਜਾਂਦਾ ਹੈ ਤੇ ਇਸ ਤਰ੍ਹਾਂ ਦੇ ਕਈ ਮਤਲਬ ਲੋਕ ਹੁੰਦੇ ਨੇ ਗੈਂਗਸਟਰਸ ਜਾਂ ਹੋਰ ਵੀ ਜਥੇਬੰਦੀ ਦੇ ਲੋਕ ਜੋ ਇਹਦੇ ਵਿੱਚ ਸ਼ਾਮਿਲ ਹੁੰਦੇ ਨੇ, ਉਹਨਾਂ ਨੂੰ ਵੀ ਮਾਈਲੇਜ ਲੈਣਾ ਹੁੰਦਾ ਹੈ, ਭਾਵੇਂ ਉਹਨਾਂ ਦਾ ਹੱਥ ਹੋਵੇ ਜਾਂ ਨਾ ਹੋਵੇ। ਜਦੋਂ ਉਹਨਾਂ ਨੇ ਦੇਖ ਲਿਆ ਕਿ ਪਬਲਿਕ ਬਹੁਤ ਵੱਡੀ ਸੰਖਿਆ ਦੇ ਵਿੱਚ ਇਸ ਇਨਸੀਡੈਂਟ ਦੇ ਨਾਲ ਜੁੜ ਗਈ ਤਾਂ ਉਹ ਆਪ ਮਤਲਬ ਉਹਦਾ ਜ਼ਿੰਮਾ ਲੈ ਲੈਂਦੇ ਨੇ। ਲੇਕਿਨ ਉਹਦੇ ਵਿੱਚ ਹੁੰਦਾ ਕੀ ਹੈ ਕਿ ਤਫਤੀਸ਼ ਗੁੰਮਰਾਹ ਹੋ ਜਾਂਦੀ ਹੈ। ਮੈਂ ਵੀ ਦੇਖੋ, ਮੈਂ ਜੋ ਇਨਵੈਸਟੀਗੇਸ਼ਨ ਟੀਮ ਹੈ, ਮੈਂ ਉਹਨਾਂ ਨੂੰ ਤਾਂ ਇਹੀ ਕਹਾਂਗਾ ਕਿ ਦੇਖੋ ਉਹਨੇ ਜ਼ਿੰਮਾ ਲੈ ਲਿਆ, ਉਸ ਐਂਗਲ 'ਤੇ ਵੀ ਤੁਸੀਂ ਦੇਖੋ, ਲੇਕਿਨ ਇਹ ਨਹੀਂ ਹੋਵੇ ਕਿ ਤੁਸੀਂ ਉਸ ਪਾਸੇ ਹੀ ਚਲੇ ਜਾਓ, ਆਪਣਾ ਸਾਰਾ ਅਟੈਂਸ਼ਨ ਉਧਰ ਹੀ ਮਤਲਬ ਡਾਈਵਰਟ ਨਾ ਕਰ ਦਿਓ, ਕਿਉਂਕਿ ਇਹ ਡਾਈਵਰਸ਼ਨ ਦੀ ਵੀ ਇੱਕ ਟੈਕਨੀਕ ਹੁੰਦੀ ਹੈ ਲੋਕਾਂ ਦੀ ਕਿ ਅਸਲ ਜੋ ਮਤਲਬ ਕਾਰਨ ਹੈ ਜਾਂ ਅਸਲ ਦੋਸ਼ੀ ਨੇ ਜਾਂ ਅਸਲ ਜੋ ਰਹੱਸ ਹੈ ਇਹਦੇ ਵਿੱਚ, ਅਸਲ ਜੋ ਲੋਕੀ ਗੁੰਮਰਾਹ ਕਰਨ ਵਾਸਤੇ ਜੋ ਕੰਮ ਕਰਦੇ ਨੇ, ਤਾਂ ਹੋਣਾ ਇਹ ਚਾਹੀਦਾ ਹੈ ਕਿ ਜੋ ਪੁਲਿਸ ਹੈ, ਜੋ ਇਨਵੈਸਟੀਗੇਸ਼ਨ ਟੀਮ ਹੈ, ਕਾਫੀ ਤਜਰਬੇਕਾਰ ਅਫਸਰ ਹੁਣ ਮੈਂ ਦੇਖਿਆ ਮੀਡੀਆ ਦੇ ਉੱਤੇ ਕਿ ਫਰੀਦਕੋਟ ਦੇ ਵਿੱਚ ਗਏ ਸੀਗੇ, ਤਾਂ ਗੁੰਮਰਾਹ ਨਹੀਂ ਹੋਣਾ ਚਾਹੀਦਾ ਹੈ। ਅਸਲ ਜੋ ਉਹਨਾਂ ਦੀ ਮਤਲਬ ਤਫਤੀਸ਼ ਦੇ ਵਿੱਚ ਲਿਆਉਣਾ ਚਾਹੀਦਾ ਹੈ ਕਿ ਸਭ ਤੋਂ ਪਹਿਲਾਂ ਕੋਈ ਵੀ ਜੁਰਮ ਹੁੰਦਾ ਹੈ ਨਾ, ਤਾਂ ਉਸ ਜੁਰਮ ਦਾ ਫਾਇਦਾ ਕਿਸ ਨੂੰ ਹੋ ਰਿਹਾ ਹੈ। ਇੱਕ ਚੋਰੀ ਵੀ ਹੁੰਦੀ ਹੈ ਨਾ, ਤਾਂ ਉਸ ਚੋਰੀ ਦਾ ਫਾਇਦਾ ਕਿਸ ਨੂੰ ਹੋ ਰਿਹਾ ਹੈ। ਇੱਕ ਚੋਰ ਹੁੰਦਾ ਹੈ ਜੋ ਚੁਰਾ ਕੇ ਲਿਆਉਂਦਾ ਹੈ ਔਰ ਇੱਕ ਬੰਦੇ ਦੇ ਕੋਲ ਸਮਾਨ ਚਲਾ ਜਾਂਦਾ ਹੈ, ਤਾਂ ਉਸ ਦਾ ਬੈਨੀਫਿਟ ਕਿਸ ਨੂੰ ਹੋ ਰਿਹਾ ਹੈ, ਇਹ ਚੀਜ਼ ਦੇਖਣਾ ਹੁੰਦਾ ਹੈ। ਮਹਿੰਦਰਪਾਲ ਬਿੱਟੂ ਦੇ ਕੇਸ ਦੇ ਵਿੱਚ ਵੀ ਇਹ ਚੀਜ਼ ਸਾਹਮਣੇ ਨਹੀਂ ਆਈ, ਜਦਕਿ ਉਦੋਂ ਵੀ ADGP ਰੈਂਕ ਦੇ ਅਫਸਰ ਨੂੰ ਲਗਾਇਆ ਗਿਆ ਸੀ। मॉड बम ब्लास्ट केस सीगा जी। देखो आज तक जो रहस्य है वो रहस्य रह गया, कोई पर्दा नहीं उठा कि हाँ ये हो क्यों रहा है जी, बंदा कौन है, कौन करा कौन रहा है। ठीक है, ISI ਦਾ ਨਾਂ ਲਗਾ ਦਿਓ, ਏਜੰਸੀਆਂ ਦਾ ਨਾਂ ਲਗਾ ਦਿਓ, ਉਹਦੇ ਨਾਲ ਕੁਝ ਨਹੀਂ ਬਣਨਾ ਹੈ। ਤੁਸੀਂ ਦੇਖੋ ਇੱਕ ਕੇਸ ਦੀ ਤਫਤੀਸ਼ ਚੰਗੇ ਤਰੀਕੇ ਦੇ ਨਾਲ ਕਰਕੇ ਪਬਲਿਕ ਦੇ ਸਾਹਮਣੇ ਕਰ ਦਿਓ ਕਿ ਹਾਂ ਜੀ ਇਹ ਤਫਤੀਸ਼ ਕੀਤੀ ਗਈ, ਇਹ ਦੋਸ਼ੀ ਹੈ ਤੇ ਇਹ ਸਜੀਸ਼ ਹੈ। ਠੀਕ ਹੈ, ਤਾਂ ਉਸ ਦੇ ਨਾਲ ਕੀ ਹੋਊਗਾ ਕਿ ਬਾਰ-ਬਾਰ ਇਸ ਤਰ੍ਹਾਂ ਦਾ ਇਨਸੀਡੈਂਟ ਨਹੀਂ ਹੋਊਗਾ। ਤੇ 7 ਡੇਰਾ ਪ੍ਰੇਮੀ ਕਤਲ ਹੋ ਚੁੱਕੇ ਨੇ ਜਿਨ੍ਹਾਂ ਦੇ FIR ਦੇ ਵਿੱਚ ਮੁਕੱਦਮੇ 'ਚ ਇਹਨਾਂ ਦੇ ਨਾਮ ਵੀ ਬੋਲਦੇ ਸੀ, ਤੇ ਇਟ ਮੀਨ ਕਿ ਤੇ ਫਿਰ ਸਿਲਸਿਲਾ ਇੱਦਾਂ ਚੱਲਦਾ ਰਹੇਗਾ। ਲੋਕ ਖੁਦ ਇਨਸਾਫ ਲੈ ਰਹੇ ਨੇ, ਉਹ ਵੀ ਗੈਰ ਕਾਨੂੰਨੀ, ਉਹ ਵੀ ਕਾਨੂੰਨ ਦੀ ਉਲੰਘਣਾ ਵਾ। ਕਾਨੂੰਨ ਲੋਕੀ ਆਪਣੇ ਹੱਥੀਂ ਲੈ ਰਹੇ ਨੇ ਜਾਂ ਬੱਚੇ ਜਿਹੜੇ ਜਿਸ ਤਰ੍ਹਾਂ ਉਹਨੇ ਛੋਟੀ ਉਮਰ ਦੇ ਬੱਚੇ ਲੱਗ ਰਹੇ ਜਿਨ੍ਹਾਂ ਦੇ ਥਰੂ ਇੱਕ ਕਿਲਿੰਗ ਕਰਵਾਈ ਗਈ ਜੀ? ਨਹੀਂ ਦੇਖੋ, ਮੈਂ ਇਸ ਚੀਜ਼ ਨੂੰ ਇਸ ਤਰੀਕੇ ਦੇ ਨਾਲ ਨਹੀਂ ਕਹਾਂਗਾ ਕਿ ਲੋਕ ਆਪ ਇਨਸਾਫ। ਠੀਕ ਹੈ, ਜਦੋਂ ਡਿਲੇ ਹੁੰਦਾ ਹੈ, ਸਿਸਟਮ ਜਦੋਂ ਕੰਮ ਨਹੀਂ ਕਰਦਾ ਹੈ, ਤਾਂ ਲੋਕੀ ਫਿਰ ਕਾਨੂੰਨ ਆਪਣੇ ਹੱਥ ਦੇ ਵਿੱਚ ਲੈ ਲੈਂਦੇ ਨੇ। ਇਹਦੇ ਵਿੱਚ ਵੀ ਦੇਖੋ 7 ਸਾਲ ਤੋਂ ਜ਼ਿਆਦਾ ਹੋ ਗਿਆ ਜੀ, ਔਰ ਕ੍ਰਿਮੀਨਲ ਜਸਟਿਸ ਸਿਸਟਮ ਜੋ ਹੈ ਜਿਸ ਦੇ ਵਿੱਚ ਪੁਲਿਸ ਵੀ ਆਉਂਦੀ ਹੈ ਤੇ ਸਾਰਾ ਹੀ ਜਿੱਥੇ ਇਨਸਾਫ ਮਿਲਦਾ ਹੈ ਉਹ ਸਾਰਾ ਸਿਸਟਮ ਆ ਜਾਂਦਾ ਹੈ, ਤੇ ਸਿਸਟਮ ਤੋਂ ਲੋਕਾਂ ਦਾ ਵਿਸ਼ਵਾਸ ਤਾਂ ਉੱਠ ਹੀ ਗਿਆ ਹੈ ਜੀ। ਕਿਉਂਕਿ SIT ਤੋਂ ਬਾਅਦ SIT ਤੋਂ ਬਾਅਦ SIT, ਔਰ ਖਾਸ ਕਰਕੇ ਉਹ ਜਿਹੜੀ SIT ਬੇਅਦਬੀ ਵਾਲੀ ਬਣੀ ਸੀ ਜਿਹਦੇ ਵਿੱਚ 63 ਨੰਬਰ 128 ਨੰਬਰ FIR ਦੀ ਜਾਂਚ ਹੋਈ, ਉਹ ਤਾਂ ਇੱਕ ਰਹੱਸ ਹੀ ਬਣ ਕੇ ਰਹਿ ਗਿਆ। ਕਿਸ SIT ਨੇ ਜਾਂਚ ਕੀਤੀ ਔਰ ਜਾਂਚ ਕਦੋਂ ਪੂਰੀ ਹੋਈ ਔਰ ਚਲਾਨ ਕਦੋਂ ਦਿੱਤਾ ਗਿਆ, ਕਿਸੇ ਨੂੰ ਪਤਾ ਨਹੀਂ ਹੈ। ਸਿਰਫ ਇਹੀ ਪਤਾ ਲੱਗਿਆ ਕਿ ਇੱਕ ਜਥੇਬੰਦੀ ਗਈ, ਇੱਕ ਰਿਪੋਰਟ ਲੈ ਕੇ ਆ ਗਈ ਔਰ ਰਿਪੋਰਟ ਦਾ ਮਤਲਬ ਕੁਝ ਹਿੱਸਾ ਲੀਕ ਕਰਾਇਆ ਗਿਆ ਔਰ ਉਹਦੇ ਵਿੱਚ ਇਹ ਆ ਗਿਆ ਕਿ ਫਲਾਣੇ ਦਾ ਦੋਸ਼ ਨਹੀਂ ਹੈ ਜੀ। ਠੀਕ ਹੈ, ਉਸ ਦੇ ਨਾਲ ਲੋਕਾਂ ਦੇ ਵਿੱਚ ਰੋਸ ਤਾਂ ਜ਼ਰੂਰ ਹੋਣਾ ਹੈ। ਕੋਈ ਵੀ ਇਨਵੈਸਟੀਗੇਸ਼ਨ ਕਰ ਰਹੇ ਹੋ ਜਿਹਦੇ ਵਿੱਚ ਪਬਲਿਕ ਇੰਟਰਸਟ ਅਟੈਚ ਹੈ, ਤਾਂ ਤੁਸੀਂ ਕਲੀਅਰ ਕਰ ਦਿਓ ਕਿ ਸਾਜ਼ਿਸ਼ ਕਰਤਾ ਕੌਣ ਹੈ, ਦੋਸ਼ੀ ਕੌਣ ਹੈ, ਕਿਸ ਵਜ੍ਹਾ ਦੇ ਨਾਲ ਇਹ ਕੀਤਾ ਗਿਆ, ਔਰ ਸਾਰਾ ਕੁਝ ਜੇਕਰ ਕਲੀਅਰ ਹੋ ਜਾਏਗਾ ਫਿਰ ਲੋਕਾਂ ਨੂੰ ਉਹਦੇ ਨਾਲ ਮਤਲਬ ਇੱਕ ਸੈਟਿਸਫੈਕਸ਼ਨ ਹੋ ਜਾਂਦਾ ਹੈ। ਦੂਸਰੀ ਗੱਲ ਇਹ ਹੈ ਕਿ ਮਹਿੰਦਰਪਾਲ ਬਿੱਟੂ ਦੇ ਮਰਡਰ ਦੇ ਨਾਲ ਹੀ ਇਸ ਨੂੰ ਜੋੜ ਕੇ ਰੱਖਣਾ ਚਾਹੀਦਾ ਹੈ ਇਸ ਕੇਸ ਨੂੰ, ਕਿਉਂਕਿ ਜੋ ਉਹ ਕਤਲ ਹੋਇਆ ਸੀ ਉਹਦੇ ਵਿੱਚ ਵੀ ਮੇਨ ਫਾਇਦਾ ਕਿਸੇ ਹੋਰ ਵਿਅਕਤੀ ਨੂੰ ਹੋਇਆ ਸੀ, ਦੋਸ਼ੀ ਨੂੰ, ਵੱਡੇ ਦੋਸ਼ੀ ਨੂੰ। ਇਸ ਕਤਲ ਦਾ ਵੀ ਦੇਖੋ ਮਹੀਨਾ 2 ਮਹੀਨਾ 6 ਮਹੀਨੇ ਦੇ ਵਿੱਚ ਜਦੋਂ ਅਦਾਲਤ ਦੇ ਵਿੱਚ ਸੁਣਵਾਈ ਸ਼ੁਰੂ ਹੋ ਜਾਂਦੀ ਤੇ ਇਸ ਬੰਦੇ ਨੇ ਬੋਲ ਦੇਣਾ ਸੀ ਕਿ ਮੇਨ ਸਾਜ਼ਿਸ਼ ਕਰਤਾ ਕੌਣ ਹੈ। ਤਾਂ ਇਸ ਕਰਕੇ ਮੈਂ ਇਹੀ ਕਹਾਂਗਾ ਕਿ ਇਹ ਮੂੰਹ ਬੰਦ ਕਰਨ ਵਾਸਤੇ ਇਹ ਸਾਰਾ ਕੁਝ ਕਤਲ ਕਰਾਇਆ ਗਿਆ।
ਪਹਿਲਾਂ ਸਰ ਇਹ ਸਟੇਟ ਦਾ ਫੇਲੀਅਰ ਵੀ ਹੋ ਜਾਂਦਾ। ਮਹਿੰਦਰਪਾਲ ਬਿੱਟੂ ਦਾ ਜੇਲ੍ਹ 'ਚ ਕਤਲ ਹੋ ਜਾਂਦਾ 90 ਦੇ ਵਿੱਚ, ਇਹ ਨਾਲ ਸਿਕਿਉਰਿਟੀ ਸੀ, ਇਹਦਾ ਕਤਲ ਹੋ ਜਾਂਦਾ। ਇਹ ਤਾਂ ਸਟੇਟ ਦਾ ਇੱਕ ਫੇਲੀਅਰ ਵੀ ਹੋ ਗਿਆ ਨਾ ਜੀ। नहीं देखो सिक्योरिटी भावें एक लगाओ दो लगाओ, मैनू पता लग्या कि 6 गनमैन सीगे और उदों भी एक होमगार्ड का जवान सीगा इन्हां दे नाल। लेकिन भावें सिक्योरिटी जिन्नी मर्जी लगा लो, जो सिक्योरिटी वाले हुंदे ने वो अलर्ट नहीं होणगे, उन्हां दा सुपरविजन जेकर नहीं रहेगा, उन्हां नूं उन्हां दी ट्रेनिंग, उन्हां दा सुपरविजन, ये तो एक पुलिस है जी, थाने तो चक लो जी फलाने दी सिक्योरिटी दे विच भेज दो। जिस व्यक्ति ने मतलब पुलिस वाले ने सिक्योरिटी करनी है, उसकी सिक्योरिटी वास्ते ट्रेनिंग होनी चाहिए है और उसकी सुपरविजन होनी चाहिए है, उसकी गाइडेंस होनी चाहिए है कि हाँ इस तरीके दे नाल करना है, और उसकी प्रॉपर चैकिंग भी टाइम टू टाइम होनी चाहिए है कि हाँ कि जो प्रोटेक्टी है। और ये कोई तरीका नहीं है, इस दे नाल भी देखो हुंदा है। एक तो हो गया कि सिक्योरिटी तुसी लगा दी, जिस तरह शिव सेना दे एक व्यक्ति का मर्डर हो गया तो सारे शिव सेना वालियां नूं तुसी वो कर दो। बाद दे विच ये भी गल सामने आउंदी है कि लोग सिक्योरिटी लैण वास्ते आप ही मतलब अटैक वगैरह करवा लेंदे ने। तो सिक्योरिटी देना एक उपाय नहीं है जी, ठीक है, नहीं उस दे नाल भी हुंदा है। मान लो तुसी कि मैं बहबल कलां ते कोटकपूरा केस दी तफ्तीश में कर रहा सी, इंटैलीजेंस वालों बार बार ਦੋਸ਼ੀਆਂ ਦੇ ਬਾਰੇ ਜਾ ਰਿਹਾ ਸੀ ਕਿ ਦੋਸ਼ੀਆਂ ਨੂੰ ਖਤਰਾ ਹੈ, ਦੋਸ਼ੀਆਂ ਨੂੰ ਖਤਰਾ ਹੈ। ਤਫਤੀਸ਼ ਮੈਂ ਕਰ ਰਿਹਾ ਜੀ, ਵੱਡੇ ਵੱਡੇ ਲੋਕਾਂ ਦੇ ਨਾਲ ਪੁੱਛਗਿੱਛ ਮੈਂ ਕਰ ਰਿਹਾ। ਮੇਰੀ ਸਿਕਿਉਰਿਟੀ ਦਾ ਖਿਆਲ ਨਹੀਂ ਸੀ ਕਿਸੇ ਨੂੰ ਜੀ, ਔਰ ਧਮਕੀਆਂ ਮੈਨੂੰ ਸਰੇਆਮ। ਇਸ ਬਾਰੇ ਵੀ ਤੁਸੀਂ ਦੇਖੋ 14 सितंबर ਨੂੰ ਜਦੋਂ ਇੱਕ ਵਿਅਕਤੀ ਆਇਆ, ਸੁਖਬੀਰ ਬਾਦਲ, ਮੈਂ ਸਿੱਧਾ ਬੋਲਦਾ ਹਾਂ, ਤਾਂ ਉਹਨੇ ਬਾਹਰ ਨਿਕਲ ਕੇ ਹੀ ਜਦੋਂ ਉਹਦੀ ਪੁੱਛਗਿੱਛ ਹੋਈ तो उन्हें सीधा कुंवर विजय प्रताप के खिलाफ गल की कि साडी सरकार आऊगी तो असीं छड्डना नहीं है जी। सरेआम धमकी दी जा रही है। लेकिन इंटैलीजेंस की करता है कि दोषियों नूं मतलब ज़्यादा उन्हां दे सुरक्षा वास्ते ज़्यादा उन्हां दा ध्यान रहिंदा है, तो जो तफ्तीश कर रहा है और जिसनूं सीधे तौर पर धमकी दी जा रही है उहदी सिक्योरिटी कोई नहीं वेखदा है। तो इस करके कई लोग जो सोसाइटी दे विच हुंदे ने, जो प्रभावित हुंदे ने, क्योंकि ये जिहड़ा केस है बेअदबी दा, गुरु महाराज की बेअदबी दे नाल इसका सीधा सीधा संबंध है। और तुसी देखोगे कि लोग ये कहते हैं कि देखो जो दोषी है उसनूं तो वो तो सिक्योरिटी लेके घूम रहा है जी, और इंसाफ मिल नहीं रहा है। तो स्टेट का काम ये नहीं है कि दोषियों नूं तुसी सिक्योरिटी दे दो, ठीक है। जेकर उन्होंने मान लो ज़्यादा खतरा है तो उन्होंने तुसी कर दे विच ही कहो कि तुसी अपने कर दे विच रहो, और हाँ ठीक है कोर्ट दे विच पेशी होंदी है, उस दौरान तुसी जरूर वो करो, क्योंकि असी जदों तक अदालत किसी नूं दोषी नहीं ठहरा दिंदी है उदों तक ये नहीं मान के चलते कि वो दोषी है। ਅੱਛਾ, ਇੱਕ ਹੋਰ ਮਸਲਾ ਤੁਹਾਡੇ ਸ਼ਹਿਰ ਦਾ ਹੈਗਾ, ਤੁਹਾਡੇ ਏਰੀਆ ਦਾ ਵਾ, ਸੁਧੀਰ ਸੂਰੀ ਦਾ ਕਤਲ ਹੋ ਜਾਂਦਾ। ਉਹਨਾਂ ਦੇ ਨਾਲ ਮੌਕੇ 'ਤੇ ਲੋਕਲ ਪੁਲਿਸ ਵੀ ਹਾਜ਼ਰ ਸੀ, ਉਹਨਾਂ ਦੀ ਸਿਕਿਉਰਿਟੀ ਵੀ ਹਾਜ਼ਰ ਸੀ। ਪ੍ਰਦੀਪ ਸਿੰਘ ਦਾ ਹੁੰਦਾ, ਇਹਦੇ ਨਾਲ ਵੀ ਗਨਮੈਨ ਦਾ। ਫਿਰ ਵੀ ਜਿਹੜੇ ਕਾਤਲ ਨੇ ਉਹ ਸ਼ਰੇਆਮ ਜਿਹੜੇ ਚਾਹੇ ਕਸੂਰਵਾਰ ਹੈ, ਚਾਹੇ ਦੋਸ਼ੀ ਹੈ ਜਾਂ ਨਹੀਂ ਹੈ, ਉਹਨਾਂ ਦਾ ਕਤਲ ਕਰਕੇ ਫਰਾਰ ਹੋ ਜਾਂਦੇ ਜੀ। देखो जो अमृतसर का कतल सी, उस इलाके का DSP भी मौजूद है उत्थे, दो SHO ने, 40 तो ऊपर उत्थे पुलिस वाले ने, इस तो अलावा उस व्यक्ति का गनमैन भी, फिर भी आराम नाल कतल करके भज रहा है। वो तो किसी ने फड़ लिया प्राइवेट बंदे ने नहीं। तो देखो जो लोग उत्थे की कहते हैं, मैं गया सी मौके तो लोगों ने यह कहा कि पुलिस ने भजा देना सी, पुलिस ने भजा देना सी। लोगों ने फड़ लिया, फिर पुलिस ने ले लिया, ठीक है कि नहीं। नहीं तो वो बंदा भजन का फिर पता भी नहीं लगना सी कि किसने गोली मारी है और वजह की है। तो हुंदा की है कि जेकर पुलिस के सामने सारा कुछ हो रहा है तो पुलिस के प्रोफेशनलिज्म ते सवालिया निशान खड़ा हो जाता है। ये सब तो ज़्यादा देखो अमृतसर के पुलिस कमिश्नर दे नाल मेरा कोई जद्दी कोई झगड़ा तो है नहीं जी। मतलब जिस व्यक्ति नूं पुलिसिंग के बारे पता नहीं है, वो जेकर अमृतसर साहिब श्री अमृतसर साहिब का पुलिस कमिश्नर बनाया जाता है, उदों भी मैं किंतु परंतु की सी कि यह व्यक्ति काबिल नहीं है पुलिस कमिश्नर, तो उन्होंने पुलिसिंग नहीं आती है जी। तो मान लो जो थल्ले वाली पुलिस है उसकी सुपरविजन, उसकी निगरानी, उसकी गाइडेंस वो किस तरीके नाल करनगे, तो पुलिस गुमराह हो गई है, मैं यही कहांगा। सब तो बड़ी गल है देखो पंजाब दे विच जो मानयोग DGP साहब ने उन्होंने पावरां तो देनियां चाहिए ने। 4 जुलाई तो इन्हां दी पोस्टिंग हो गई कार्यवाहक DGP के रूप में। तो कार्यवाहक जिहड़ा हुंदा है वो हमेशा कार्यवाहक हुंदा है। तो जो कमांड स्ट्रक्चर हुंदा है ना उहदे विच कार्यवाहक नूं लोकी उन्हां तरजीह नहीं देंदे, क्योंकि पुलिस दे विच देखो तुहानूं पता है कि राजनीति बहुत ज़्यादा है। पंजाब पुलिस
ਦੇ ਵਿੱਚ ਉੱਪਰ ਵਾਲਾ ਜਿਹੜਾ ਤਬਕਾ ਹੈ, ਮੈਂ ਬਾਰ-ਬਾਰ ਬੋਲਦਾ ਹਾਂ, ਐਸਐਸਪੀ ਤੋਂ ਉੱਪਰ ਸਿਰਫ ਰਾਜਨੀਤੀ ਹੁੰਦੀ ਹੈ। ਤਾਂ ਮੰਨ ਲਓ ਜਿਸ ਕਿਸੇ ਨੂੰ ਤੁਸੀਂ ਡੀਜੀਪੀ ਲਗਾਉਣਾ ਹੈ, ਡੀਜੀਪੀ ਦਾ ਪਾਵਰ ਦੇ ਦਿਓ, ਡੀਜੀਪੀ ਦਾ ਪਾਵਰ ਦੇ ਦਿਓ, ਫਿਰ ਉਹ ਕਮਾਂਡ ਸਟਰਕਚਰ ਠੀਕ ਹੋ ਜਾਂਦਾ ਹੈ। ਨਹੀਂ ਤਾਂ ਮਤਲਬ ਲੋਕੀ ਕੀ ਕਰਦੇ ਨੇ, ਜਿਹੜੇ ਇੱਕ ਆਧ ਸਾਲ ਸੀਨੀਅਰ ਜੂਨੀਅਰ ਹੁੰਦੇ ਨੇ, ਇਹੀ ਸੋਚਦੇ ਨੇ ਕਿ ਹਾਂ ਇਹ ਬੰਦਾ ਕਾਮਯਾਬ ਨਾ ਹੋ ਸਕੇ। ਤੇ ਜਿਸ ਨੂੰ ਤੁਸੀਂ ਡੀਜੀਪੀ ਲਗਾਇਆ, ਕਾਰਜਵਾਹਕ ਮੰਨ ਲਓ ਜੁਲਾਈ ਦੇ ਮਹੀਨੇ ਦੇ ਵਿੱਚ ਲਗਾਇਆ ਹੈ ਤੁਸੀਂ, ਜੁਲਾਈ, ਅਗਸਤ, ਸਤੰਬਰ, ਅਕਤੂਬਰ, ਨਵੰਬਰ ਦਾ ਮਹੀਨਾ ਆ ਗਿਆ, 2, 4, 10, 15 ਦਿਨ ਵੱਧ ਤੋਂ ਵੱਧ ਮਹੀਨਾ ਵਾਸਤੇ ਕਾਰਜਵਾਹਕ ਹੁੰਦਾ ਹੈ। ਪਾਵਰਾਂ ਦੇ ਦੇਣੀਆਂ ਚਾਹੀਦੀਆਂ ਨੇ, ਕਿਉਂਕਿ ਜਦੋਂ ਪਾਵਰ ਮਿਲ ਜਾਏਗਾ ਤਾਂ ਉਹ ਵਿਅਕਤੀ ਮਤਲਬ ਬਤੌਰ ਡੀਜੀਪੀ ਆਪਣਾ ਸਾਰਾ ਕੰਮ ਕਾਰਜਕਾਰੀ ਡੀਜੀਪੀ ਨੂੰ ਪਾਵਰਾਂ ਦਿੱਤੀਆਂ ਜਾ ਸਕਦੀਆਂ ਜੀ? ਨਹੀਂ, ਪਾਵਰ ਤਾਂ ਜੋ ਰੂਲ ਪੰਜਾਬ ਪੁਲਿਸ ਐਕਟ ਦੇ ਤਹਿਤ ਹੀ ਦਿੱਤਾ ਜਾਊਗਾ ਨਾ, ਲੇਕਿਨ ਇਹਦੇ ਵਿੱਚ ਇਹ ਹੈ ਨਾ ਕਿ ਡੀਜੀਪੀ ਤਾਂ ਹੋਣਾ ਚਾਹੀਦਾ ਹੈ ਨਾ ਜੀ। ਪੰਜਾਬ ਵਰਗਾ ਸਟੇਟ ਕਾਰਜਵਾਹਕ ਡੀਜੀਪੀ ਦੇ ਮਤਲਬ ਦੇ ਉੱਤੇ ਛੱਡ ਦੋਗੇ ਤਾਂ ਨਹੀਂ ਹੋਗਾ ਨਾ ਜੀ। ਫਿਰ ਇਹ ਜਿਹੜੀਆਂ ਘਟਨਾਵਾਂ ਹੋ ਰਹੀਆਂ, ਇਹੀ ਮੰਨਿਆ ਜਾ ਸਕਦਾ ਕਿ ਇੱਕ ਸਟੇਟ ਕੋਲ ਆਪਣਾ ਡੀਜੀਪੀ ਨਹੀਂ ਹੈ ਜੀ? नहीं, सिर्फ यही कारण नहीं है, एडीजीपी भी नहीं है। एडीजीपी इंटैलीजेंस जो है, इंटैलीजेंस महकमा ਜਿਹੜਾ ਹੁੰਦਾ ਹੈ ਨਾ ਜੀ, ਉਹ ਵੀ ਬਹੁਤ ਇੰਪੋਰਟੈਂਟ ਹੁੰਦਾ ਹੈ। ਤੇ ਇੱਥੇ एडीजीपी ਇੰਟੈਲੀਜੈਂਸ ਵੀ ਕਾਰਜਵਾਹਕ ਹੈ ਜੀ, ਠੀਕ ਹੈ ਨਾ। ਇੱਕ ਆਈਜੀ ਨੂੰ ਤੁਸੀਂ एडीजीपी ਦਾ ਦਰਜਾ ਦੇ ਕੇ ਬਗੈਰ ਪ੍ਰਮੋਸ਼ਨ एडीजीपी ਇੰਟੈਲੀਜੈਂਸ ਲਗਾ ਦਿੱਤਾ ਗਿਆ। ਉੱਥੇ ਕਾਊਂਟਰ ਇੰਟੈਲੀਜੈਂਸ ਦੇ ਵਿੱਚ, AGTF ਦੇ ਵਿੱਚ ਜਾਂ OCU ਦੇ ਵਿੱਚ ਜਿਹੜੇ ਅਫਸਰ ਨੇ ਉਹ ਜ਼ਿਆਦਾ ਸੀਨੀਅਰ ਨੇ, ਤੇ ਇੱਥੇ ਵੀ ਕਮਾਂਡ ਸਟਰਕਚਰ ਦਾ ਕਲੈਸ਼ ਹੁੰਦਾ ਹੈ ਜੀ। ਤਾਂ ਦੇਖੋ, ਕੋਈ ਵੀ ਚੀਜ਼ ਕਾਰਜਵਾਹਕ ਜੇਕਰ ਲਗਾਉਣਾ ਹੈ, ਥੋੜ੍ਹੇ ਸਮਾਂ ਵਾਸਤੇ ਹੋਣਾ ਚਾਹੀਦਾ ਹੈ। ਡੀਜੀਪੀ ਨੂੰ ਡੀਜੀਪੀ ਦਾ ਅਖਤਿਆਰ ਹੋਣਾ ਚਾਹੀਦਾ ਹੈ ਤਾਂ ਜੋ ਉਹ ਕਮਾਂਡ ਕਰ ਸਕਣ। ਬਾਕੀ ਦੇਖੋ, ਤੁਸੀਂ ਜਿਹੜਾ ਸਿਸਟਮ ਹੈ ਥੱਲੇ, SSP ਹੋ ਗਿਆ, SHO ਹੋ ਗਿਆ, DSP ਹੋ ਗਿਆ, ਇਹ ਸਾਰੇ ਆਪਣੇ ਆਪਣੇ ਹਿਸਾਬ ਦੇ ਨਾਲ ਕੰਮ ਕਰੀ ਜਾਂਦੇ ਨੇ ਜੀ। ਮੇਨ ਹੁੰਦਾ ਹੈ ਕ੍ਰਾਈਮ ਪ੍ਰੀਵੈਂਸ਼ਨ, ਔਰ ਜੇਕਰ ਕੋਈ ਕ੍ਰਾਈਮ ਹੋ ਗਿਆ, ਇਸ ਤਰੀਕੇ ਦੇ ਨਾਲ ਡਿਟੈਕਟ ਕਰੋ, ਸਖਤ ਐਕਸ਼ਨ ਲਓ ਕਿ ਲੋਕਾਂ ਨੂੰ ਇਹ ਮਹਿਸੂਸ ਹੋਵੇ ਕਿ ਹਾਂ ਜੀ, ਕ੍ਰਿਮੀਨਲ ਐਲੀਮੈਂਟਸ ਨੇ ਉਹਨਾਂ ਨੂੰ ਮਹਿਸੂਸ ਹੋਵੇ ਕਿ ਇਸ ਤਰੀਕੇ ਦੇ ਨਾਲ ਕ੍ਰਾਈਮ ਕਰਨਾ ਬਹੁਤ ਔਖਾ ਕੰਮ ਹੈ, ਔਰ ਕ੍ਰਾਈਮ ਕਰਨ ਤੋਂ ਬਾਅਦ ਸਜ਼ਾ ਮਿਲਦੀ ਹੈ। ਅਤੇ ਆਮ ਲੋਕਾਂ ਦੇ ਮਨ ਦੇ ਵਿੱਚ ਇੱਕ ਸੈਂਸ ਆਫ ਸਿਕਿਉਰਿਟੀ ਆਉਣੀ ਚਾਹੀਦੀ ਹੈ ਕਿ ਹਾਂ ਠੀਕ ਹੈ, ਪੁਲਿਸ ਜੋ ਹੈ ਕ੍ਰਾਈਮ ਨੂੰ ਪ੍ਰੀਵੈਂਟ ਕਰਨ ਵਾਸਤੇ, ਰੋਕਣ ਵਾਸਤੇ ਕੰਮ ਕਰ ਰਹੀ ਹੈ, ਔਰ ਜੇਕਰ ਹੋ ਗਿਆ ਤਾਂ ਪੁਲਿਸ ਫੌਰੀ ਤੌਰ 'ਤੇ ਦੋਸ਼ੀ ਨੂੰ ਫੜ ਕੇ ਦੋਸ਼ੀ ਦੇ ਖਿਲਾਫ ਤੁਹਾਨੂੰ ਲੱਗਦਾ ਕਿ ਮੋਰਾਲ ਡਿੱਗ ਰਿਹਾ ਲਗਾਤਾਰ ਜੀ, ਜੇ ਉਹਨਾਂ ਕੋਲ ਆਪਣਾ ਡੀਜੀਪੀ ਨਹੀਂ ਹੈਗਾ ਰੈਗੂਲਰ ਜੀ? ਨਹੀਂ, ਦੇਖੋ, ਫੋਰਸ ਦਾ ਪੋਲੀਟੀਸਾਈਜੇਸ਼ਨ ਪਿਛਲੇ ਕਈ ਸਾਲਾਂ ਤੋਂ ਚੱਲਦਾ ਆ ਰਿਹਾ ਹੈ ਜੀ। ਖਾਸ ਕਰਕੇ ਤੁਸੀਂ ਦੇਖੋਗੇ 1998 ਤੋਂ ਸ਼ੁਰੂ ਹੋਇਆ ਸੀ, 97-98 ਤੋਂ ਸ਼ੁਰੂ ਹੋਇਆ ਸੀ, ਔਰ ਹੌਲੀ ਬਹੁਤ ਜ਼ਿਆਦਾ, ਔਰ 2005 ਤੋਂ ਬਾਅਦ ਬਹੁਤ ਜ਼ਿਆਦਾ ਪੋਲੀਟੀਸਾਈਜੇਸ਼ਨ ਹੋਇਆ, ਔਰ ਸਭ ਤੋਂ ਜ਼ਿਆਦਾ ਪੋਲੀਟੀਸਾਈਜੇਸ਼ਨ 2012 ਤੋਂ ਬਾਅਦ ਹੋਇਆ ਹੈ, ਔਰ ਇੱਕ ਤਰੀਕੇ ਦੇ ਨਾਲ ਪੁਲਿਸ ਨੂੰ ਹੀ ਕਮਾਂਡ ਦੇ ਦਿੱਤਾ ਗਿਆ ਹੈ। ਹੁਣ ਦੇਖੋ, ਇੰਟੈਲੀਜੈਂਸ ਮਹਿਕਮਾ, ਇੰਟੈਲੀਜੈਂਸ ਨੂੰ ਪਤਾ ਰਹਿਣਾ ਚਾਹੀਦਾ ਸੀ ਕਿ ਹਾਂ ਪ੍ਰਦੀਪ ਸਿੰਘ ਦੇ ਉੱਤੇ ਕੀ ਖਤਰਾ ਹੈ ਜਾਂ ਕੋਈ ਹਮਲਾ ਹੋਣ ਵਾਲਾ ਹੈ। ਇੰਟੈਲੀਜੈਂਸ ਕਦੇ ਵੀ, ਪੰਜਾਬ ਪੁਲਿਸ ਦਾ ਇੰਟੈਲੀਜੈਂਸ ਪਿਛਲੇ 20 ਸਾਲਾਂ ਤੋਂ ਮੈਂ ਦੇਖ ਰਿਹਾ ਹਾਂ ਕਿ ਆਪਣਾ ਪ੍ਰੋਫੈਸ਼ਨਲ ਕੰਮ ਨਹੀਂ ਕਰਦਾ ਹੈ। ਲੀਡਰਾਂ ਦਾ ਫੋਨ ਟੇਪ ਕਰ ਲਓ ਜੀ, ਇਹ ਕਰ ਲਓ, ਉਹ ਕਰ ਲਓ, ਪਾਰਟੀਆਂ ਦੇ ਵਿੱਚ ਆਪਸ ਦੇ ਵਿੱਚ ਫੂਟ ਪਾਉਣਾ, ਇਹ ਸਾਰਾ ਕੰਮ ਇਹਨਾਂ ਦਾ ਰਹਿ ਗਿਆ ਹੈ ਜੀ। ਬਾਕੀ ਤੁਸੀਂ ਦੇਖੋਗੇ ਪ੍ਰੋਫੈਸ਼ਨਲਿਜ਼ਮ, ਪੁਲਿਸ ਦਾ ਜਿਹੜਾ ਇੰਟੈਲੀਜੈਂਸ ਮਹਿਕਮਾ ਹੈ, ਉਹਦਾ ਕੰਮ ਹੁੰਦਾ ਹੈ ਕਿ ਸਿਰਫ ਤੇ ਸਿਰਫ ਕ੍ਰਾਈਮ ਰੋਕਣ ਵਾਸਤੇ, ਜਾਂ ਨੈਸ਼ਨਲ ਸਿਕਿਉਰਿਟੀ ਦਾ ਕੋਈ ਮੈਟਰ ਹੈ, ਟੈਰਰਿਜ਼ਮ ਹੈ, ਜਾਂ ਕੋਈ ਵੀ ਸਨਸਨੀਖੇਜ ਅਪਰਾਧ ਜਿਹੜੇ ਹੁੰਦੇ ਨੇ, ਆਰਗੇਨਾਈਜ਼ਡ ਕ੍ਰਾਈਮ ਹੁੰਦੇ ਨੇ, ਉਸ ਦੇ ਬਾਰੇ ਮਤਲਬ ਪ੍ਰਾਇਰ ਇਨਫੋਰਮੇਸ਼ਨ ਕਲੈਕਟ ਕਰਨਾ, ਇੰਟੈਲੀਜੈਂਸ ਕਲੈਕਟ ਕਰਨਾ, ਤਾਂ ਜੋ ਅਪਰਾਧ ਹੋਣ ਤੋਂ ਰੋਕਿਆ ਜਾ ਸਕੇ ਜੀ। ਲੇਕਿਨ ਇੰਟੈਲੀਜੈਂਸ ਮਹਿਕਮਾ ਆਪਣਾ ਕੰਮ ਨਹੀਂ ਕਰਕੇ ਕੋਈ ਹੋਰ ਕੰਮ ਕਰਦਾ ਹੈ, ਪੋਲੀਟੀਕਲ ਕੰਮ ਦੀਆਂ ਗੱਲਾਂ ਹੈਗੀਆਂ ਨੇ। ਮੈਨੂੰ ਲੱਗਦਾ ਨਹੀਂ ਤੁਹਾਡੇ ਤੋਂ ਇਲਾਵਾ ਹੋਰ ਕੋਈ ਜਾ ਕੇ ਭਗਵੰਤ ਮਾਨ ਨੂੰ ਸਮਝਾ ਪਾਵੇ। ਨਹੀਂ, ਦੇਖੋ, ਉਹ ਕਾਫੀ ਸੁਲਝੇ ਹੋਏ ਪੋਲੀਟੀਸ਼ੀਅਨ ਨੇ, ਉਹ ਆਪਣਾ ਕੰਮ ਕਰ ਰਹੇ ਨੇ। ਅਸੀਂ ਸਾਰੇ ਮਤਲਬ ਦੇਖੋ ਸਪੋਰਟ ਕਰਾਂਗੇ ਜੋ ਵੀ, ਔਰ ਕਰ ਹੀ ਰਹੇ ਨੇ। ਜਦੋਂ ਕੈਬਨਿਟ ਹੈ, ਕੈਬਨਿਟ ਪੂਰੀ ਸਪੋਰਟ ਕਰ ਰਹੀ ਹੈ। ਜੋ 92 MLA ਪਬਲਿਕ ਨੇ ਆਮ ਆਦਮੀ ਪਾਰਟੀ ਦੇ ਚੁਣ ਕੇ ਦਿੱਤੇ ਗਏ ਨੇ, ਸਾਰਿਆਂ ਦੇ ਸਪੋਰਟ ਦੇ ਨਾਲ ਸਰਕਾਰ ਚੱਲ ਰਹੀ ਹੈ, ਔਰ ਮੈਨੂੰ ਲੱਗ ਰਿਹਾ ਹੈ ਕਿ ਸਰਕਾਰ ਠੀਕ ਤਰੀਕੇ ਦੇ ਨਾਲ ਕੰਮ ਕਰੂਗੀ। ਵਿਰੋਧੀ ਕਹਿ ਰਹੇ ਕਿ ਸਰਕਾਰ 'ਚ ਅਨਾਰਕੀ ਫੈਲ ਗਈ ਹੈ, ਕਾਨੂੰਨ ਵਿਵਸਥਾ ਵਿਗੜ ਗਈ ਹੈ। ਦੇਖੋ, ਵਿਰੋਧੀ ਦਾ ਕੰਮ ਹੀ ਹੁੰਦਾ ਹੈ ਵਿਰੋਧ ਕਰਨਾ, ਤਾਂ ਉਹ ਆਪਣਾ ਕੰਮ ਕਰ ਰਹੇ ਨੇ, ਠੀਕ ਹੈ। ਤੇ ਸਰਕਾਰ ਨੂੰ ਮਤਲਬ ਠੀਕ ਹੈ, ਹਰ ਚੀਜ਼ ਦਾ ਇੱਕ SOP ਹੈ, ਜਿੱਥੇ ਜਿੱਥੇ ਕਮੀ ਹੈ SOP ਬਣਾ ਲਓ। SOP ਹੁੰਦਾ ਹੈ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ। ਇੱਕ SHO ਦਾ ਕੰਮ ਕੀ ਹੈ, ਇੱਕ ਵਾਰ ਉਹਨੂੰ ਬਤਾ ਤਾਂ ਦਿਓ ਕਿ SHO ਦਾ ਕੰਮ ਇਹ ਹੈ ਜੀ, DSP ਦਾ ਕੰਮ ਕੀ ਹੈ, SSP ਦਾ ਕੰਮ ਕੀ ਹੈ। SSP ਨੂੰ ਪਤਾ ਰਹੇ ਨਾ ਕਿ 1 2 3 4 5 ਇਹ 5 ਮੇਨ ਕੰਮ ਨੇ, ਠੀਕ ਹੈ ਕਿ ਨਹੀਂ। तो इतने तो हर व्यक्ति अपने आप को DGP ही समझता है जी, हर व्यक्ति DGP, क्यों हम किसी से कम नहीं।
ਤੇ ਇਸ ਤਰੀਕੇ ਦੇ ਨਾਲ ਮਤਲਬ ਸਿਸਟਮ ਨਹੀਂ ਚੱਲਦਾ ਹੈ। ਮੈਂ ਉਹ ਕਹਿ ਰਹੇ ਨਾ ਜੀ ਪਹਿਲਾਂ ਸੰਦੀਪ ਅੰਬੀਆਂ ਦਾ ਕਤਲ ਜਿਹੜਾ ਇੰਟਰਨੈਸ਼ਨਲ ਕਬੱਡੀ ਪਲੇਅਰ ਸਿੱਧੂ ਮੂਸੇਵਾਲਾ ਦਾ ਹੋ ਗਿਆ, ਸੁਧੀਰ ਸੂਰੀ ਦਾ ਹੋ ਗਿਆ, ਪ੍ਰਦੀਪ ਸਿੰਘ ਦਾ ਹੋ ਗਿਆ, ਪਤਾ ਨਹੀਂ ਕੱਲ੍ਹ ਨੂੰ ਕਿਸੇ ਹੋਰ ਦਾ ਹੋ ਜੇ ਜੀ। ਨਹੀਂ, ਇਸ ਤਰ੍ਹਾਂ ਦੇ ਕਤਲ ਮਹਿੰਦਰਪਾਲ ਬਿੱਟੂ ਦਾ ਤਾਂ 2019 ਦੇ ਵਿੱਚ ਹੀ ਹੋਇਆ ਸੀ ਨਾ, ਉਦੋਂ ਕਾਂਗਰਸ ਦੀ ਸਰਕਾਰ ਸੀਗੀ। 2016 ਦੇ ਵਿੱਚ ਵੀ ਕਤਲ ਹੋਇਆ ਸੀ ਜਵਾਹਰ ਸਿੰਘ ਵਾਲਾ ਦੇ ਵਿੱਚ। ਤੇ ਇਹ ਸਾਰਾ ਕੁਝ ਦੇਖੋ, ਇਹ ਸਰਕਾਰ, ਹਰ ਸਰਕਾਰ ਦੇ ਵਿੱਚ ਇਸ ਤਰੀਕੇ ਦੇ ਨਾਲ ਹੁੰਦਾ ਹੈ। ਤਾਂ ਅਸੀਂ ਇਹ ਨਹੀਂ ਕਹਾਂਗੇ ਕਿ ਹਾਂ ਐਸੇ ਸਰਕਾਰ ਦੇ ਵਿੱਚ ਹੋ ਰਿਹਾ ਹੈ। ਹਾਂ ਠੀਕ ਹੈ, ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਜੇਕਰ ਹੋ ਰਿਹਾ ਹੈ ਤਾਂ ਲੋਕਾਂ ਨੂੰ ਜ਼ਿਆਦਾ ਮਹਿਸੂਸ ਇਸ ਕਰਕੇ ਹੁੰਦਾ ਹੈ ਕਿ ਅਸੀਂ ਬਦਲਾਵ ਦੀ ਮਤਲਬ ਰਾਜਨੀਤਿਕ ਦੇ ਨਾਤੇ ਅਸੀਂ ਆਏ ਸੀ, ਅਸੀਂ ਕਿ ਹਾਂ ਜੀ ਕਾਨੂੰਨ ਵਿਵਸਥਾ ਦੀ ਸਥਿਤੀ ਠੀਕ ਰਹੇਗੀ, ਡਿਵੈਲਪਮੈਂਟ ਇਹ ਹੋਗਾ। ਤਾਂ ਲੋਕ ਇਹ ਸੋਚਦੇ ਨੇ ਕਿ ਹਾਂ ਇਸ ਸਰਕਾਰ ਦੇ ਵਿੱਚ ਮਤਲਬ ਪੂਰਾ ਕਮਾਂਡ ਹੋਣਾ ਚਾਹੀਦਾ ਹੈ, ਇਸ ਤਰੀਕੇ ਦੀ ਵਾਰਦਾਤ नहीं होनी चाहिए है। सरकार ने मतलब देखो कर लेना है ये तो चलो वारदात तो भावें अमृतसर वाली है। सब तो ज़्यादा जिहड़ा नुकसान होया देखो सिद्धू मूसेवाला दे कतल तो बाद, और उस तो बाद जो इलैक्शन सी संगरूर दे विच उहदा डायरैक्ट इंपैक्ट उहदे उत्ते आया सी। लेकिन यही है कि देखो बॉर्डर स्टेट होने करके लॉ एंड ऑर्डर की स्थिति ठीक रखनी चाहिए है। और मैं यही कहांगा कि सारे सपोर्ट करन। और अफवाह दे विच DGP साहब भी यही मतलब बार बार अपील कर रहे हैं कि किसी अफवाह दे विच नहीं आना है, जहाँ अफवाह नहीं फैलाउणा है। तो असी सारे देखो शांतिपूर्वक, मतलब मैं भी यही अपील करांगा कि शांति लोग बना के रखे हुए हैं, लोगों वालों कोई कमी नहीं है जी, ठीक है ना। असी सारे यही मांग करते हैं ना कि तुसी शांति बना के रखो, लेकिन लोगों ने ऑलरेडी शांति बना के रखी हुई है। तो काम है कि देखो परफॉर्मेंस। ਤੁਸੀਂ ਅੱਜ ਵੀ ਮੇਰਾ ਆਖਰੀ ਸਵਾਲ ਆ ਕਿ ਤੁਸੀਂ ਕਹਿ ਰਹੇ ਕਿ ਅੰਮ੍ਰਿਤਸਰ CP ਨੂੰ ਬਦਲ ਦਿਓ, ਕਾਬਲ ਨਹੀਂ ਆ, ਉਹਨਾਂ ਦੀ ਪੁਲਿਸਿੰਗ ਨਹੀਂ ਆ। ਪ੍ਰਦੀਪ ਕੁਮਾਰ ਯਾਦਵ ਜਿਹੜੇ ਫਰੀਦਕੋਟ ਆਏ ਜੀ, ਉਹਨਾਂ ਨੂੰ ਵੀ ਬਦਲ ਦੇਣਾ ਚਾਹੀਦਾ। DGP ਗੌਰਵ ਯਾਦਵ ਨੂੰ ਵੀ ਬਦਲ ਦੇਣਾ ਚਾਹੀਦਾ, ਜਾਂ ਉੱਥੇ ਕੋਈ ਰੈਗੂਲਰ DGP ਲਾ ਦੇਣੇ ਚਾਹੀਏ, ਇਹਨਾਂ ਨੂੰ ਲਾ ਦਿਓ ਜੀ। नहीं देखो, बदली कोई समाधान नहीं है। मैं CP ਦੇ ਬਾਰੇ ਸਿਰਫ ਇਹ ਕਿਹਾ ਸੀ ਕਿ ਹੀ ਡਜ਼ਨਟ ਨੋ ਪੁਲਿਸਿੰਗ ਐਟ ਆਲ, ਕਿਉਂਕਿ ਮੇਰਾ ਨਿੱਜੀ ਤਜਰਬਾ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਜਿਹੜਾ ਫਾਇਰਿੰਗ ਹੋਇਆ ਸੀ, ਉਹਦੇ ਵਿੱਚ ਉਹਨਾਂ ਨੇ ਕੋਈ ਇੱਕ ਕੇਸ ਡਾਇਰੀ ਨਹੀਂ ਲਿਖੀ। ਜੋ ਪੁਲਿਸ ਅਫਸਰ IG ਦੇ ਅਹੁਦੇ ਤੇ ਹੁੰਦੇ ਹੋਏ ਕੇਸ ਡਾਇਰੀ ਲਿਖਣ ਤੇ ਡਰਦਾ ਹੈ ਕਿ ਮੈਂ ਕੇਸ ਡਾਇਰੀ ਨਹੀਂ ਲਿਖ ਸਕਦਾ ਹਾਂ, ਤੁਸੀਂ ਕੋਈ ਪ੍ਰੂਫ ਹੀ ਦਿਖਾਓ ਕਿ ਇਸ ਬੰਦੇ ਨੇ 1.5 ਸਾਲ ਦੇ ਵਿੱਚ ਜਾਂ ਪ੍ਰਬੋਧ ਕੁਮਾਰ ਨੇ ਕੋਈ ਤਫਤੀਸ਼ ਕੀਤੀ ਹੋਵੇ। ਤੁਸੀਂ ਆਪਣੇ ਆਪ ਨੂੰ ਸਿੱਟ ਦਾ ਮੁਖੀ ਬੋਲ ਰਹੇ ਹੋ, ਤਫਤੀਸ਼ ਤੁਸੀਂ ਕੀਤੀ ਨਹੀਂ ਜੀ, ਨਾ ਕਿਸੇ ਥਾਂ ਤੇ ਸਾਈਨ ਕਰ ਰਹੇ ਹੋ। ਤਾਂ ਤੁਸੀਂ ਇਹ ਦਿਖਾਓ, ਤੇ ਇਹ ਕੰਪੀਟੈਂਸ ਦੀ ਗੱਲ ਹੁੰਦੀ ਹੈ। मौजूदा DGP ने देखो बहुत ही प्रोफेशनल तो बहुत ही कंपिटेंट पुलिस ऑफिसर ने, मैं क्लीयर कहांगा जी। लेकिन जो आस-पास का घेरा जड़ा है ना, मैं पहला भी कहा कि एक आध साल आगे पीछे जहाँ बैचमेट जड़े होंगे ने राइवलरी होंगी है, कोई नहीं चाहता कि ये DGP कामयाब हो। तो मैं ये कह रहा कि इन्हों जेकर DGP का पावर दे दिता जाता है ना जी, तो एक बार क्लीयर हो जाए कि हाँ ही इज़ द DGP, बाकी अपने आप ਨੂੰ ਸੈਟਲ ਕਰ ਲੈਣਗੇ। ਤੁਸੀਂ ਕਈ ਵਾਰ ਕਹਿ ਚੁੱਕੇ ਉਦੋਂ ਵੀ ਜਦੋਂ ਸਿੱਧੂ ਸੂਰੀ ਦਾ ਕਤਲ ਹੋਇਆ ਸੀ, ਉਦੋਂ ਕਿਹਾ ਕਿ CP ਤੇ ਤੁਸੀਂ ਕਿੰਤੂ ਪਰੰਤੂ ਕੀਤਾ, ਲੇਕਿਨ ਨਾ ਸਰਕਾਰ ਬਦਲ ਰਹੀ ਹੈ ਨਾ DGP ਸਾਹਿਬ ਬਦਲ ਰਹੇ ਉਹਨਾਂ ਨੂੰ ਜੀ, ਕਿ ਜਾਂ DGP ਕੋ ਪਾਵਰਾਂ ਨਹੀਂ ਹੈਗੀਆਂ ਇੱਕ CP ਨੂੰ ਬਦਲਦੀਆਂ ਜੀ। देखो इस बारे में कोई टिप्पणी नहीं करांगा जी। सरकार मतलब बेहतरीन तरीके दे नाल समझ रही है कि की करना चाहिए है, किस तरीके दे नाल हर एक इनपुट है सरकार दे कोल, तो सरकार अपना काम करे। मेरा फर्ज है एक विधायक के रूप ਦੇ सच्चाई सरकार के सामने लेके आना। मैं अपनी सच्चाई जो जनता की आवाज़ होंगी है वो असी सरकार के सामने रख देंगे हैं जी। ਅੱਛਾ, ਇੱਕ ਹੋਰ ਸਵਾਲ ਆ ਜਾਂਦੇ ਜਾਂਦੇ ਜੀ ਕਿ ਜੋ ਵੀ ਪੰਜਾਬ ਦੇ ਵਿੱਚ ਮਰਡਰ ਹੁੰਦੇ ਜਾਂ ਗੈਂਗਸਟਰ ਦਾ ਮਸਲਾ ਆਉਂਦਾ ਹੈਗਾ, ਉਹ ਫੜਦੇ ਦਿੱਲੀ ਵਾਲੇ ਹੀ ਆ ਜੀ, ਪੰਜਾਬ ਵਾਲੇ ਤੇ ਟ੍ਰਾਂਜਿਟ ਰਿਮਾਂਡ ਲੈ ਕੇ ਆਉਣ ਜੋਗੇ ਰਹਿ ਗਏ ਜੀ। ਪਹਿਲਾਂ ਇਸ ਤਰ੍ਹਾਂ ਨਹੀਂ ਸੀ। ਦੇਖੋ ਜੋ ਓਕੂ ਦਾ ਮਹਕਮਾ ਸੀ, ਪਹਿਲਾਂ STF, मैं बतौर IG STF भी काम किया, ਉਸ ਦਾ ਨਾਂ ਕੈਪਟਨ ਸਾਹਿਬ ਨੇ ਚਲੋ ਓਕੂ ਰੱਖ ਦਿੱਤਾ, ਤੇ ਮੈਂ IG ਓਕੂ ਦੇ ਰੂਪ ਦੇ ਵਿੱਚ ਵੀ ਕੰਮ ਕੀਤਾ। ਫਿਰ ਉਸ ਦਾ ਨਾਂ AGTF ਰੱਖ ਦਿੱਤਾ ਗਿਆ ਹੈ ਮੌਜੂਦਾ ਸਰਕਾਰ ਵੱਲੋਂ। ਇਹ ਨਹੀਂ ਹੈ ਕਿ ਹਾਂ ਪ੍ਰੋਫੈਸ਼ਨਲਿਜ਼ਮ ਦੀ ਕੋਈ ਕਮੀ ਹੈ। ਜਦੋਂ ਅਸੀਂ ਮਤਲਬ IG ਓਕੂ ਦੇ ਰੂਪ ਦੇ ਵਿੱਚ ਜਾਂ IG STF ਦੇ ਰੂਪ ਦੇ ਵਿੱਚ ਕੰਮ ਕਰਦੇ ਸੀ, ਉਹ ਡੋਮੀਨੈਂਟ ਸਾਡਾ ਹੁੰਦਾ ਸੀ। ਕਿਉਂਕਿ ਦੇਖੋ ਜੋ ਕੰਮ ਕਰਨਾ ਹੈ ਨਾ ਜੀ, ਉਸ ਦੇ ਵਾਸਤੇ ਪੂਰਾ ਤੁਹਾਡੇ ਕੋਲ ਜਾਣਕਾਰੀ ਵੀ ਹੋਣੀ ਚਾਹੀਦੀ ਹੈ, ਤਰੀਕਾ ਵੀ ਹੋਣਾ ਚਾਹੀਦਾ ਹੈ। ਤੇ ਅਸੀਂ ਡੋਮੀਨੇਟ ਕਰਦੇ ਸੀ। ਇਸ ਵੇਲੇ ਦੇਖੋ ਜ਼ਰੂਰ ਤੁਸੀਂ ਕਹਿ ਰਹੇ ਹੋ ਕਿ ਹਾਂ ਦਿੱਲੀ ਪੁਲਿਸ ਡੋਮੀਨੇਟ ਕਰ ਰਹੀ ਹੈ। ਦਿੱਲੀ ਪੁਲਿਸ ਦਾ ਜਿਹੜਾ ਸਪੈਸ਼ਲ ਸੈੱਲ ਹੈ ਉਹਨਾਂ ਦੇ ਨਾਲ ਮਤਲਬ ਰਾਈਵਲਰੀ ਦਿੱਲੀ ਪੁਲਿਸ ਹੋ ਗਈ, ਹਰਿਆਣਾ ਦਾ ਵੀ STF ਹੋ ਗਿਆ, ਆਪਣਾ ਹੁਣ AGTF ਹੋ ਗਿਆ,
काउंटर इंटैलीजेंस हो गया, राजस्थान पुलिस है, मान लो लॉरेंस बिश्नोई है, हर पासे काम करता है, जग्गू भगवानपुरिया 4-5 स्टेटां ਦੇ ਵਿੱਚ काम करता है। तो ਹੁੰਦਾ ਇਹ ਹੈ ਕਿ ਇੱਕ ਰਾਈਵਲਰੀ ਮਤਲਬ ਅਨਡਿਫਾਈਨਡ ਇੱਕ ਰਾਈਵਲਰੀ ਹੁੰਦੀ ਹੈ ਕਿ ਚਲੋ ਕੌਣ ਪਹਿਲਾਂ ਫੜ ਲਵੇਗਾ, ਲੇਕਿਨ ਕੋਆਰਡੀਨੇਸ਼ਨ ਹੋਣਾ ਚਾਹੀਦਾ ਹੈ। ਮੈਂ ਕੀ ਕਰਦਾ ਸੀ ਕਿ ਮੈਂ ਦਿੱਲੀ ਪੁਲਿਸ ਵਾਲਿਆਂ ਦੇ ਕੋਲ ਵੀ ਚਲਾ ਜਾਂਦਾ ਸੀ, ਰਾਜਸਥਾਨ ਵਾਲਿਆਂ ਦੇ ਕੋਲ ਵੀ, ਹਰਿਆਣਾ ਵਾਲਿਆਂ ਦੇ ਕੋਲ ਵੀ, ਬਤੌਰ ਓਕੂ ਦਾ ਮੁਖੀ ਹੋਣ ਦੇ ਨਾਤੇ, ਕਿਉਂਕਿ ਈਗੋ ਨਹੀਂ ਹੋਣਾ ਚਾਹੀਦਾ ਹੈ, ਕਿਉਂਕਿ ਅਸੀਂ ਸਾਰੇ ਪਬਲਿਕ ਦਾ ਕੰਮ ਕਰ ਰਹੇ ਹਾਂ, ਪਬਲਿਕ ਇੰਟਰਸਟ ਦੇ ਵਿੱਚ ਕੰਮ ਕਰ ਰਹੇ ਹਾਂ। ਅਤੇ ਦਿੱਲੀ ਦੇ ਵਿੱਚ ਕੋਈ ਜੇਕਰ ਮੰਨ ਲਓ ਗੈਂਗਸਟਰ ਜਾਂ ਕੋਈ ਫੜਿਆ ਗਿਆ ਤਾਂ ਅਸੀਂ ਉੱਥੇ ਮਤਲਬ ਸਾਇਲੈਂਟਲੀ ਚਲੇ ਜਾਂਦੇ ਸੀ, ਕਿਸੇ ਨੂੰ ਪਤਾ ਵੀ ਨਹੀਂ ਲੱਗਦਾ ਸੀ। ਅਤੇ ਇੱਕ ਦੂਸਰੇ ਦੇ ਨਾਲ ਕੋਆਰਡੀਨੇਸ਼ਨ ਰੱਖਣਾ ਜ਼ਰੂਰੀ ਹੈ। ਅਸੀਂ ਕਿਸੇ ਨੂੰ ਫੜਦੇ ਸੀ, ਉਹਨਾਂ ਨੂੰ ਦੱਸ ਦਿੰਦੇ ਸੀ ਕਿ ਫਲਾਣਾ ਫੜਿਆ ਗਿਆ ਹੈ ਜੀ, ਔਰ ਤੁਸੀਂ ਆ ਕੇ ਇੰਟਰੋਗੇਟ ਕਰ ਲਓ, ਤਾਂ ਉਹ ਕਿਸੇ ਨੂੰ ਪਤਾ ਨਹੀਂ ਲੱਗਦਾ ਸੀ। ਹਰਿਆਣੇ ਦੇ ਵਿੱਚ ਦੇਖੋ ਕਈ, ਕਿਉਂਕਿ ਪੰਚਕੂਲਾ ਵਗੈਰਾ ਦੇ ਵਿੱਚ ਜਾਂ ਅੰਬਾਲਾ ਦੇ ਵਿੱਚ ਕੋਈ ਵਾਰਦਾਤ ਹੁੰਦੀ ਸੀ, ਮੰਨ ਲਓ ਕੋਈ ਆ ਗਿਆ ਤਾਂ ਮੰਨ ਲਓ ਕਲੇਮ ਕਰਨ ਨਾਲੋਂ ਜ਼ਿਆਦਾ ਅੱਛਾ ਹੈ ਕ੍ਰੈਡਿਟ ਲੈਣ ਨਾਲੋਂ ਕਿ ਤੁਸੀਂ ਉਹਨਾਂ ਨੂੰ ਦੇ ਦਿਓ। ਜੇਕਰ ਉਹਨਾਂ ਦਾ ਕ੍ਰਿਮੀਨਲ ਹੈ ਤਾਂ ਤੁਸੀਂ ਮਤਲਬ ਉਹਨੂੰ ਰੋਕ ਲਿਆ ਜਾਂ ਗ੍ਰਿਫਤਾਰ ਕਰ ਲਿਆ ਤਾਂ ਤੁਸੀਂ ਫਾਰਮਲੀ, ਠੀਕ ਹੈ ਕਿ ਨਹੀਂ, ਰੂਲ ਮੁਤਾਬਿਕ ਉਹਨੂੰ ਹੈਂਡਓਵਰ ਉਹਨਾਂ ਨੂੰ ਕਰ ਦਿਓ। ਕ੍ਰੈਡਿਟ ਲੈਣ ਦਾ ਕੋਈ ਮਤਲਬ ਉਹ ਨਹੀਂ ਹੁੰਦਾ ਹੈ। ਮੈਂ ਇਹੀ ਕਹਾਂਗਾ ਕਿ ਕੋਆਰਡੀਨੇਸ਼ਨ ਇਹ 4-5 ਸਟੇਟਾਂ ਦੀ ਪੁਲਿਸ ਦੇ ਵਿੱਚ, ਖਾਸ ਕਰਕੇ ਸਪੈਸ਼ਲ ਸੈੱਲ ਜੋ ਦਿੱਲੀ ਪੁਲਿਸ ਦੀ ਹੈ, ਆਪਣਾ AGTF ਤੇ ਕਾਊਂਟਰ ਇੰਟੈਲੀਜੈਂਸ ਹੈ, ਹਰਿਆਣਾ ਦਾ STF ਹੈ, ਉਧਰ ਰਾਜਸਥਾਨ ਦਾ STF ਹੈ, ਇਹਨਾਂ ਦਾ ਆਪਸ ਦੇ ਵਿੱਚ ਕੋਆਰਡੀਨੇਸ਼ਨ ਹੋਣਾ ਬਹੁਤ ਜ਼ਰੂਰੀ ਹੈ। ਇੱਕ ਪਿਛਲੀ ਇੰਟਰਵਿਊ ਕੀਤੀ, ਉਹਦੇ ਤੁਸੀਂ ਬੜਾ ਦਲੇਰ ਤੇ ਬਬਾਕ ਹੋ ਕੇ, ਵੈਸੇ ਤਾਂ ਹਰ ਵਾਰ ਤੁਸੀਂ ਬਬਾਕੀ ਨਾਲ ਬੋਲਦੇ, ਬੜਾ ਸਪਸ਼ਟ ਕਹਿ ਦਿੱਤਾ ਹੈ ਕਿ ਹੁਣ ਨਹੀਂ ਮਿਲਦਾ ਇਨਸਾਫ ਜੀ ਬੇਅਦਬੀ ਦੇ ਮਸਲੇ। ਹੁਣ ਤਾਂ 7ਵਾਂ ਕਤਲ ਹੋ ਗਿਆ, ਬਿਲਕੁਲ ਹੁਣ ਉਮੀਦ ਖਤਮ ਹੋ ਚੁੱਕੀ ਜੀ। ਨਹੀਂ ਦੇਖੋ, ਮੈਂ ਜੋ ਕਿਹਾ ਸੀ ਉਹ ਬਿਲਕੁਲ ਇੱਕ ਅਲੱਗ ਮਤਲਬ ਕੰਟੈਕਸਟ ਦੇ ਵਿੱਚ ਕਿਹਾ ਸੀ। ਮੈਂ ਜਦੋਂ ਨੌਕਰੀ ਤੋਂ ਇਸਤੀਫਾ ਦਿੱਤਾ ਸੀ ਤਾਂ 13 ਅਪ੍ਰੈਲ 2021 ਨੂੰ ਫੇਸਬੁੱਕ 'ਤੇ ਲਿਖ ਦਿੱਤਾ ਸੀ ਕਿ ਮੈਂ ਆਪਣੀ ਅਪੀਲ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਦੇ ਵਿੱਚ ਰੱਖ ਦਿੱਤੀ ਹੈ। ਕਿਉਂਕਿ ਦੇਖੋ ਉਹ ਜੋ ਸਿਸਟਮ ਮੈਂ ਸਾਰਾ ਦੇਖ ਲਿਆ ਕਿ ਕਿਸ ਤਰੀਕੇ ਨਾਲ ਰਿਪੋਰਟ ਖਾਰਿਜ ਕਰਵਾਈ ਜਾ ਰਹੀ ਹੈ, ਔਰ ਜੋ ਮੇਨ ਦੋਸ਼ੀ ਨੇ ਉਹਨਾਂ ਨੂੰ ਪ੍ਰੋਟੈਕਟ ਕਰਨ ਦਾ ਪ੍ਰਯਾਸ ਕੀਤਾ ਜਾ ਰਿਹਾ ਹੈ। ਕਿਉਂਕਿ 2-3 ਚੈਨਲਾਂ ਦੇ ਉੱਤੇ ਜੋ ਕੁਝ ਹੋਇਆ ਉਦੋਂ 3-4 ਦਿਨ, ਉਹ ਦੇਖ ਕੇ ਇਹ ਲੱਗਦਾ ਸੀ ਮੰਨ ਲਓ ਕੋਈ ਵਿਅਕਤੀ ਹੈ, ਉਸਨੇ ਰੀਟ ਕੀਤੀ ਨਹੀਂ, ਉਸਨੇ ਕੁਛ ਰਿਲੀਫ ਮੰਗੀ ਨਹੀਂ, ਔਰ ਜਦੋਂ ਆਰਡਰ ਆ ਗਿਆ ਤਾਂ ਸਭ ਤੋਂ ਜ਼ਿਆਦਾ ਖੁਸ਼ੀ ਉਹ ਮਨਾ ਰਹੇ ਨੇ ਕਿ ਦੇਖੋ ਜੀ ਇਨਸਾਫ ਹੋ ਗਿਆ, ਇਨਸਾਫ ਹੋ ਗਿਆ। ਠੀਕ ਹੈ, ਤਾਂ 2-3 ਚੈਨਲਾਂ 'ਤੇ ਜਿਹੜਾ ਚੱਲ ਰਿਹਾ ਸੀ ਨਾ, ਉਸ ਦੇ ਕੰਟੈਕਸਟ ਦੇ ਵਿੱਚ ਮੈਂ ਕਿਹਾ ਸੀ ਕਿ ਦੇਖੋ ਜੀ ਹੁਣ ਇਹ ਅਪੀਲ ਗੁਰੂ ਗੋਬਿੰਦ ਸਿੰਘ ਜੀ ਅਦਾਲਤ ਦੇ ਵਿੱਚ ਚਲੀ ਗਈ ਔਰ ਫਾਈਨਲ ਵਰਡਿਕਟ, ਫਾਈਨਲ ਫੈਸਲਾ ਵਹੀ ਦੇਣਗੇ। ਠੀਕ ਹੈ, ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਦਾ ਦਰਜਾ ਵੀ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤਾ ਸੀ। ਅਤੇ ਇਸ ਕਰਕੇ ਜਿਨ੍ਹਾਂ ਹਾਲਾਤਾਂ ਦੇ ਵਿੱਚ ਮੈਨੂੰ ਰੱਖਿਆ ਗਿਆ ਉਦੋਂ, ਜਿਹਨਾਂ ਜਸਟ ਟਰੋਮਾ ਦੇ ਵਿੱਚ ਰੱਖਿਆ ਗਿਆ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੂੰ ਤਾਂ ਮੈਂ ਪਹਿਲਾਂ ਤੋਂ ਹੀ ਜਾ ਕੇ ਬਾਰ-ਬਾਰ ਬੋਲਦਾ ਸੀ ਕਿ ਤੁਸੀਂ ਰਿਪੋਰਟ ਖਾਰਿਜ ਨਾ ਕਰਾਓ। ਮੈਨੂੰ ਦੇਖੋ 18 ਮਾਰਚ 2021 ਤੋਂ ਹੀ ਪਤਾ ਲੱਗ ਗਿਆ ਸੀ ਕਿ ਇਹ ਰਿਪੋਰਟ ਖਾਰਿਜ ਕਰਵਾ ਰਹੇ ਨੇ। ਦੋਸ਼ੀ ਪਰਿਵਾਰ ਦੇ ਨਾਲ ਇਹਨਾਂ ਦਾ ਹੋ ਗਿਆ ਹੈ ਸਾਂਠ-ਗਾਂਠ। ਅਤੇ ਬਾਰ-ਬਾਰ 18 ਮਾਰਚ ਨੂੰ ਵੀ ਮੈਂ ਜਾ ਕੇ ਮਿਲਿਆ, ਜਿਸ ਦਿਨ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ। 4 ਸਾਲ ਪੂਰੇ ਹੋਏ ਸੀ ਆਪਣੀ ਸਰਕਾਰ ਦੇ। ਅਤੇ ਉਸ ਤੋਂ ਬਾਅਦ ਫਿਰ ਦੁਬਾਰਾ ਮੈਂ ਟਾਈਮ ਲੈ ਕੇ ਗਿਆ ਤਾਂ 8 ਅਪ੍ਰੈਲ ਨੂੰ ਵੀ, ਉਸ ਦਿਨ ਤਾਂ 4-5 ਘੰਟੇ ਤੱਕ ਮੈਂ ਉਹਨਾਂ ਦੇ ਕੋਲ ਰਿਹਾ ਔਰ ਬੇਨਤੀ ਕੀਤੀ ਕਿ ਰਿਪੋਰਟ ਨਾ ਖਾਰਿਜ ਕਰਵਾਓ। 9 ਤਰੀਕ ਨੂੰ ਹੀ ਆਰਡਰ ਲੈਣ ਦੀ ਕੋਈ ਜ਼ਰੂਰੀ ਸੀਗੀ, ਮਤਲਬ ਕੋਈ ਕੰਪਲਸਨ ਤਾਂ ਨਹੀਂ ਸੀਗਾ ਨਾ। ਮੈਂ ਇਹੀ ਕਿਹਾ ਕਿ ਤੁਸੀਂ ਕੱਲ੍ਹ ਤਾਰੀਖ ਤਾਂ ਲੈ ਲਓ, ਜੇਕਰ ਤੁਹਾਡਾ ਐਡਵੋਕੇਟ ਜਨਰਲ ਬਿਮਾਰ ਹੈ ਤਾਂ ਤੁਸੀਂ ਤਾਰੀਖ ਲੈ ਲਓ। ਅਤੇ ਜੇਕਰ ਤੁਸੀਂ ਤਾਰੀਖ ਵੀ ਨਹੀਂ ਲੈ ਰਹੇ ਹੋ, ਇਸ ਦੇ ਨਾਲ ਸਿੱਧਾ ਜਾਂਦਾ ਹੈ ਨਾ ਕਿ ਇੱਕ ਆਰਡਰ ਲੈਣ ਦੀ ਤੁਹਾਨੂੰ ਬਹੁਤ ਜ਼ਿਆਦਾ ਮਤਲਬ ਜਲਦਬਾਜ਼ੀ ਹੈ। ਠੀਕ ਹੈ, ਤਾਂ ਉਸ ਦੇ ਨਾਲ ਇੰਟੈਂਸ਼ਨ ਸਾਬਿਤ ਹੁੰਦਾ ਹੈ ਸਰਕਾਰ ਦਾ। ਜੇਕਰ ਸਰਕਾਰ ਇਨਸਾਫ ਦੇ ਕੇ ਰਾਜੀ ਨਹੀਂ ਹੈ ਤਾਂ ਪਰਮਾਤਮਾ ਦੇ ਨਾਲ। ਤੁਹਾਡੀ ਸਰਕਾਰ ਦੀ ਇੰਟੈਂਸ਼ਨ ਸਹੀ ਹੈ ਜੀ? ਦੇਖੋ ਸਰਕਾਰ ਨੇ ਦੇਣਾ ਹੈ ਜੀ, ਹੋਰ ਕੋਈ ਉਪਾਅ ਵੀ ਨਹੀਂ ਹੈ ਜੀ। ਦੇਖੋ ਕਿਉਂਕਿ ਅਸੀਂ ਆਏ ਸੀ, ਇਹ ਸਾਰਾ ਕੁਝ ਮਤਲਬ ਅਸੀਂ ਵੀ ਬਰਗਾੜੀ ਜਾਂਦੇ ਸੀ ਹਰ ਪਾਸੇ ਜਾ ਕੇ। ਲੋਕਾਂ ਨੇ ਤਾਂ ਇਹੀ ਸੋਚਿਆ ਸੀ ਨਾ ਕਿ ਮਤਲਬ ਛੇਤੀ ਤੋਂ ਛੇਤੀ ਹੋ ਜਾਏਗਾ, ਮਹੀਨਾ 2 ਮਹੀਨਾ ਦਾ ਲੋਕਾਂ ਨੇ ਇਹ ਰੱਖਿਆ ਹੋਇਆ ਸੀ ਕਿ ਮਹੀਨਾ 2 ਮਹੀਨਾ ਦੇ ਵਿੱਚ ਸਾਰਾ ਕੁਝ ਹੋ ਜਾਏਗਾ। ਲੇਕਿਨ ਚਲੋ ਨਵੀਂ ਸਰਕਾਰ ਆ ਗਈ ਤਾਂ ਟਾਈਮ ਜ਼ਰੂਰ ਲੱਗਦਾ ਹੈ, ਲੇਕਿਨ ਹੁਣ 6 ਮਹੀਨੇ ਤੋਂ ਜ਼ਿਆਦਾ ਹੋ ਗਿਆ ਹੈ ਤਾਂ ਲੋਕਾਂ ਨੇ ਤਾਂ ਹਿਸਾਬ ਹੁਣ ਮੰਗਣਾ ਸ਼ੁਰੂ ਕਰ ਦੇਣਾ ਹੈ ਜੀ। ਬਹੁਤ ਮਿਹਰਬਾਨੀ, ਥੈਂਕ ਯੂ ਜੀ। ਥੈਂਕ ਔਰ ਜਿਸ ਤਰ੍ਹਾਂ ਗੁਰੂ ਸਾਹਿਬ ਜੀ ਦੇ ਬੇਅਦਬੀ ਦਾ ਮਸਲਾ, ਬਿਲਕੁਲ ਪੰਜਾਬ ਦੀ ਜਨਤਾ ਇਨਸਾਫ ਮੰਗ ਰਹੀ, ਲੇਕਿਨ ਕੋਈ ਵੀ ਪਾਰਟੀ ਹਲੇ ਇਨਸਾਫ ਦੇਣ 'ਚ ਸਫਲ ਨਹੀਂ ਹੋਈ, ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਚਾਹੇ ਕਾਂਗਰਸ ਪਾਰਟੀ। ਅਤੇ ਹੁਣ 7 ਮਹੀਨੇ ਆਮ ਆਦਮੀ ਪਾਰਟੀ ਦੇ ਵੀ ਹੋ ਚੁੱਕੇ ਨੇ ਜਦੋਂ ਦਾ ਇਹਨਾਂ ਨੇ ਸੱਤਾ ਸੰਭਾਲੀ ਹੈ। ਦੇਖਦੇ ਕਿ ਆਉਣ ਵਾਲਾ ਸਮਾਂ ਕੀ ਭਵਿੱਖ ਤੈਅ ਕਰਦਾ ਗਾ। ਇਸੇ ਤਰ੍ਹਾਂ ਤੁਸੀਂ ਦੇਖ ਰਹੇ ਹੋ ABC ਪੰਜਾਬ। ਤੁਹਾਡਾ ਬਹੁਤ ਬਹੁਤ ਸ਼ੁਕਰੀਆ।